ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ। ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਵਿਗਨਨ ਕੇ ਨਾਸ਼ਕ। ਵਿਗਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਭ ਸਮਤ ਪਰਗਾਸ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ। ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ। ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ। ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ। ਬੰਦੋਂ ਕਰ ਅਨਰਾਗ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਈ। ਭਾਈ ਗੋਂਦਾ ਗੁਰ ਭਗਤ ਗੁਰ ਮੂਰਤ ਕੋ ਧਿਆਨ। ਦਰਸੈ ਦਰਸ਼ਨ ਹਿਰਦੈ ਮੈਂ ਸਦਾ ਨੇਮ ਨਿਮ ਜਾਨ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਜਗਤ ਜਲੰਦੀ ਨੂੰ ਤਾਰਨ ਹਾਰੇ, ਦੀਨ ਦੁਨੀਆ ਦੇ ਮਾਲਕ, ਗੁਰਤਾ ਗੱਦੀ ਉੱਪਰ ਵਿਰਾਜਮਾਨ 10 ਗੁਰੂ ਸਾਹਿਬਾਨ ਦੇ ਆਤਮਿਕ ਸਵਰੂਪ ਜਗਤ ਗੁਰੂ, ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਮੁਕੱਦਸ ਪਵਿੱਤਰ ਹਜ਼ੂਰੀ ਅੰਦਰ ਸਤ ਸੰਗਤ ਦੇ ਵਿੱਚ ਆਪਸ ਨੂੰ ਸੰਗਤ, ਦੂਰ ਨੇੜੇ ਤੋਂ ਚੱਲ ਕੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਇਤਿਹਾਸਕ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਹੋ, ਯਾਤਰਾ ਕਰ ਰਹੇ ਹੋ। ਬੇਅੰਤ ਸੰਗਤ ਸੇਵਾਵਾਂ ਦੇ ਵਿੱਚ ਹਾਜ਼ਰੀ ਭਰ ਰਹੀ ਹੈ। ਸ਼ਾਮ ਦੇ ਵੇਲੇ ਗਰੀਬ ਨਿਵਾਜ ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਦੀ ਸੇਵਾ, ਸਤ ਸੰਗਤ, ਭੇਟਾ, ਅਰਦਾਸ ਪ੍ਰਵਾਨ ਕਰਨ, ਸਫਲੀ ਕਰਨ, ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕੇ ਨਿਵਾਜਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਹੈ। ਆਓ ਜੋ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਇਸ ਪਾਵਨ ਅਸਥਾਨ 'ਤੇ ਆਪਾਂ ਸ਼ਾਮ ਦੇ ਵੇਲੇ ਸਰਵਣ ਕਰਦੇ ਹਾਂ। ਸਮਾਂ ਹੋ ਚੁੱਕਾ ਹੈ। ਉਪਰੰਤ ਕੀਰਤਨ ਦੀ ਆਰੰਭਤਾ ਹੋਏਗੀ। ਰਹਿਰਾਸ ਸਾਹਿਬ ਜੀ ਦੇ ਜਾਪ ਆਪ ਸਮੂਹ ਸੰਗਤ ਸਰਵਣ ਕਰੋਗੇ। ਇਤਿਹਾਸ ਦੀ ਕੁਝ ਸਮਾਂ ਵਿਚਾਰ ਸਰਵਣ ਕਰਾਂਗੇ ਅਤੇ ਕੁਝ ਕੁ ਸਮਾਂ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਰਾਧ ਲੰਘੇ ਹਨ ਔਰ ਕਈਆਂ ਦਾ ਖਿਆਲ ਸੀਗਾ, ਵਿਚਾਰ ਸੀਗਾ ਕਿ ਬੇਨਤੀ ਵੀ ਕਈ ਗੁਰਮੁਖਾਂ ਨੇ ਕੀਤੀ ਹੈ ਕਿ ਇਹ ਸਰਾਧ ਕਰਨੇ ਚਾਹੀਦੇ ਹਨ ਜਾਂ ਕੀ ਮਤਲਬ ਹੈ, ਕੀ ਭਾਵ ਹੈ। ਅਤੇ ਆਪਾਂ ਇਸ ਸੰਬੰਧੀ ਵੀ ਗੁਰਮਤਿ ਦੇ ਵਿੱਚ, ਗੁਰਬਾਣੀ ਦੇ ਵਿੱਚ ਬੜੇ ਪਾਤਸ਼ਾਹ ਜੀ ਨੇ ਸੁੰਦਰ ਬਚਨਾਂ ਦੇ ਨਾਲ ਭਗਤ ਸਾਹਿਬਾਨਾਂ ਨੇ ਸਮਝਾਇਆ ਹੈ ਅਤੇ ਕੁਝ ਕੁ ਬਚਨ ਆਪਾਂ ਸਰਵਣ ਕਰਾਂਗੇ ਇਸ ਸੰਬੰਧੀ ਵੀ। ਆਓ ਭਾਵਨਾ ਸਹਿਤ ਇਕਾਗਰਤਾ ਦੇ ਨਾਲ ਸਾਰੀ ਸੰਗਤ ਹਾਜ਼ਰੀ ਭਰੀਏ। ਜੋ ਲੜੀਵਾਰ ਇਤਿਹਾਸ ਚੱਲ ਰਿਹਾ ਹੈ ਉਸ ਵਿੱਚ 7ਵੇਂ ਪਾਤਸ਼ਾਹ ਜੀ ਦਾ ਜੀਵਨ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਵਿਰਾਜੇ ਹਨ। ਜਦੋਂ ਦੀ ਗੁਰਤਾ ਗੱਦੀ ਪ੍ਰਾਪਤ ਹੋਈ ਹੈ, ਇਸ ਪਾਵਨ ਅਸਥਾਨ 'ਤੇ ਗਰੀਬ ਨਿਵਾਜ ਸਤਿਗੁਰੂ ਜੀ ਜਗਤ ਜਲੰਦੇ ਦਾ ਭਲਾ ਕਰ ਰਹੇ ਹਨ, ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ। ਇੱਕ ਦਿਨ ਜੰਗਲ ਦੇ ਵਿੱਚ ਗਏ, ਬੜੇ ਸੋਹਣੇ ਸ਼ਸਤਰ ਵਸਤਰ ਸਜਾ ਕਰਕੇ 7ਵੇਂ ਪਾਤਸ਼ਾਹ ਜੀ, ਔਰ ਜਦੋਂ ਅਗਾਂਹ ਚੱਲਦੇ ਗਏ ਅਤੇ ਅੱਗੇ ਇੱਕ ਬਹੁਤ ਵੱਡੇ ਸਰੀਰ ਦਾ ਇੱਕ ਸੱਪ ਗੁਰੂ ਕੇ ਪਿਆਰਿਆਂ ਨੇ ਦੇਖਿਆ। ਯੋਧਿਆਂ ਨੇ ਹੈਰਾਨ ਰਹਿ ਗਏ ਕਿ ਦਮ ਡਰ ਕੇ ਪਿੱਛੇ ਹਟੇ ਅਤੇ 7ਵੇਂ ਪਾਤਸ਼ਾਹ ਜੀ ਜਦੋਂ ਕੋਲ ਗਏ ਅਤੇ ਕੀ ਦੇਖਿਆ ਹੈ ਕਿ ਉਹ ਸੱਪ ਦੇ ਮਾਸ ਨੂੰ ਬੇਅੰਤ ਛੋਟੇ ਛੋਟੇ ਜੀਵ, ਕੀੜੇ ਮਕੌੜੇ ਖਾ ਰਹੇ ਹਨ। ਧਿਆਨ ਦੇ ਨਾਲ ਦੇਖਿਆ, ਸੱਪ ਦੇ ਸਰੀਰ ਦੇ ਵਿੱਚ ਕਈ ਸੁਰਾਖ ਬਣੇ ਹੋਏ ਹਨ, ਛੇਕ ਬਣੇ ਹੋਏ ਹਨ। ਸੱਪ ਦਾ ਜਿਹੜਾ ਹਿੱਸਾ ਹੈ ਉਹ ਜਾਲੀ ਦੀ ਤਰ੍ਹਾਂ ਬਣਿਆ ਹੋਇਆ ਹੈ। ਹੁਣ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਉਸ ਵੇਲੇ ਆਪਣੇ ਪੱਥੇ ਦੇ ਵਿੱਚ ਇੱਕ ਅਰਧ ਚੰਦਰਮਾ ਤੀਰ ਕੱਢਿਆ, ਅਰਧ ਚੰਦਰ ਤੀਰ ਕੱਢਿਆ, ਜਿਹੜਾ ਚੰਦਰਮਾ ਦੀ ਸ਼ਕਲ ਵਰਗਾ ਹੁੰਦਾ ਹੈ ਅਗਲੇ ਪਾਸਿਓ। ਅਤੇ ਸਤਿਗੁਰਾਂ ਨੇ ਤਿੱਲੇ 'ਤੇ ਚਾੜ ਕੇ ਇੱਕਦਮ ਤੀਰ ਛੱਡਿਆ ਅਤੇ ਸੱਪ ਜਿਹੜਾ ਹੈ ਉਹਦੇ ਧੌਣ 'ਤੇ ਫਣ ਦੇ ਕੋਲ ਮਾਰਿਆ। ਸਰੀਰ 2 ਟੁਕੜੇ ਹੋ ਗਿਆ, ਸੱਪ ਮਰ ਗਿਆ, ਖਤਮ ਹੋ ਗਿਆ।
ਔਰ ਸਤਿਗੁਰੂ ਜੀ ਗੁਰਮੁਖਾਂ ਨੂੰ ਕਹਿਣ ਲੱਗੇ ਜਿਹੜੀ ਨਾਲ ਸੰਗਤ, ਚਲੋ ਭਾਈ ਹੁਣ ਵਾਪਸ ਚੱਲੀਏ। ਪਰ ਸੰਗਤਾਂ ਨੇ ਬੇਨਤੀ ਕੀਤੀ, ਪਾਤਸ਼ਾਹ ਤੁਸੀਂ ਇੱਧਰ ਚੱਲ ਕੇ ਆਏ ਸੀ, ਇਹ ਕੀ ਮਤਲਬ ਹੈ, ਕੀ ਭਾਵ ਹੈ, ਤੁਸੀਂ ਇਤਨੀ ਦੂਰ ਚੱਲ ਕੇ ਆਏ। ਤੇ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਜੇ ਪੁੱਛਦੇ ਹੋ ਤੇ ਗੱਲ ਇਸ ਤਰ੍ਹਾਂ ਹੈ, ਪਿਛਲੇ ਜਨਮ ਦੇ ਵਿੱਚ ਸਤਿਗੁਰਾਂ ਨੇ ਬਚਨ ਕੀਤਾ, ਇੱਕ ਗੁਰੂ ਬਣਿਆ ਸੀਗਾ। ਗੁਰੂ ਆਖਦਾ ਸੀਗਾ ਮੈਂ ਮੁਕਤੀ ਕਰਾਂਗਾ, ਮੇਰੇ ਨਾਲ ਜੁੜੋ। ਤੇ ਬੜਿਆਂ ਲੋਕਾਂ ਤੋਂ ਪੂਜਾ ਲਈ ਪੈਸਾ ਲਿਆ, ਧਨ ਲਿਆ, ਕਈ ਕੁਛ ਲਿਆ, ਮੈਂ ਗਤੀ ਕਰਾਂਗਾ। ਤੇ ਕਹਿਣ ਲੱਗੇ ਪਖੰਡੀ ਸੀਗਾ, ਭੇਖ ਸੀਗਾ, ਗੱਲਾਂ ਵੱਡੀਆਂ ਸਨ ਪਰ ਪੱਲੇ ਕੁਛ ਨਹੀਂ ਸੀਗਾ, ਕੇਵਲ ਪਖੰਡ ਸੀਗਾ। ਤੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਵਿੱਚ ਦੁਨੀਆ ਨੂੰ ਪਿੱਛੇ ਲਾਇਆ ਹੋਇਆ ਸੀਗਾ। ਤੇ ਕਈਆਂ ਨੇ ਆਪਣੇ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਪੈਸਾ ਦਿੱਤਾ, ਕਈ ਤਰ੍ਹਾਂ ਦੇ ਪਦਾਰਥ ਦਿੱਤੇ, ਪਰ ਉਹਨਾਂ ਦੀ ਗਤੀ ਨਹੀਂ ਹੋਈ, ਮੁਕਤੀ ਉਹਨਾਂ ਦੀ ਵੀ ਨਹੀਂ ਹੋਈ। ਆਪ ਵੀ ਮਰ ਗਿਆ ਤੇ ਚੇਲੇ ਵੀ ਡੁੱਬ ਗਏ, ਮਰ ਗਏ, ਕਿਸੇ ਦੀ ਗਤੀ ਨਹੀਂ ਹੋਈ। ਤੇ ਹੁਣ ਇਹਨੇ ਸੱਪ ਦਾ ਰੂਪ ਧਾਰਨ ਕੀਤਾ ਜਿਹੜਾ ਗੁਰੂ ਬਣਿਆ ਸੀਗਾ। ਤੇ ਚੇਲੇ ਸਾਰੇ ਕੀੜੀਆਂ ਦਾ ਸਰੀਰ ਉਹਨਾਂ ਨੂੰ ਮਿਲਿਆ ਹੈ, ਕੀੜਿਆਂ ਮਕੌੜਿਆਂ ਦਾ, ਛੋਟੇ ਛੋਟੇ ਜੀਵਾਂ ਦਾ। ਤੇ ਹੁਣ ਉਹ ਆਪਣਾ ਹਿਸਾਬ ਲੈ ਰਹੇ ਹਨ ਔਰ ਇਹਦੇ ਸਰੀਰ ਦੇ ਮਾਸ ਨੂੰ ਖਾ ਰਹੇ ਹਨ ਨੋਚ ਨੋਚ ਕੇ। ਜਦੋਂ ਇਹਨੇ ਉਹਨਾਂ ਨੂੰ ਖਾਧਾ ਹੈ, ਆਖਦਾ ਸੀਗਾ ਇੰਨਾ ਪੈਸਾ ਦਿਓ ਤਾਂ ਗਤੀ ਹੋਏਗੀ, ਇਤਨਾ ਪੈਸਾ ਦਿਓ, ਮੰਗਦਾ ਸੀ ਵਾਰ-ਵਾਰ। ਇਹ ਤਕਰੀਬਨ ਜਿਹੜੀ ਗੱਲ ਹੈ ਇਹ ਸਰਾਧਾਂ ਦੇ ਨਾਲ ਹੀ ਜੁੜਦੀ ਹੈ। ਇਹ ਵੀ ਗੱਲ ਸਰਾਧਾਂ ਦੇ ਨਾਲ ਹੀ ਜੁੜਦੀ, ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਆਖਦੇ ਸਨ ਨਾ, ਘਰਾਂ ਦੇ ਵਿੱਚ ਜਾ ਜਾ ਕੇ ਕਿ ਤੁਹਾਡੇ ਜਿਹੜੇ ਪਿੱਤਰ ਹਨ ਵਡੇਰੇ, ਉਹਨਾਂ ਦੀ ਮੁਕਤੀ ਨਹੀਂ ਹੋਈ, ਇੰਨਾ ਪੈਸਾ ਦਿਓ, ਇੰਨਾ ਪੈਸਾ ਦਿਓ ਤਾਂ ਮੁਕਤੀ ਹੋਏਗੀ। ਬੰਦੇ ਦੇ ਘਰ ਦੇ ਵਿੱਚੋਂ ਕਈਆਂ ਨੂੰ ਜਾਣ ਤੋਂ ਬਾਅਦ ਵੀ ਕਈ ਸਾਲਾਂ ਬਾਅਦ ਲੁੱਟਦੇ ਰਹਿੰਦੇ ਸਨ ਧਾਰਮਿਕ ਲੋਕ। ਹੁਣ ਆਹ ਪੂਜਾ ਕਰਾਓ, ਇਸ ਮਹੀਨੇ ਆਹ ਹਵਨ ਕਰਾਓ, ਇਸ ਮਹੀਨੇ ਇੰਝ ਕਰਾਓ। ਤੇ ਸਤਿਗੁਰਾਂ ਨੇ ਬਚਨ ਕੀਤਾ, ਇਹ ਭਾਈ ਉਹਨਾਂ ਦੀ ਗਤੀ ਨਹੀਂ ਹੋਈ ਔਰ ਉਹ ਇਹਦੇ ਤੋਂ ਹਿਸਾਬ ਕਿਤਾਬ ਲੈ ਰਹੇ ਹਨ, ਕੀੜੀਆਂ ਦੇ ਰੂਪ ਦੇ ਵਿੱਚ ਤਾਂ ਮਾਸ ਖਾ ਰਹੇ ਹਨ। ਵਾਰ-ਵਾਰ ਇਹ ਬੇਨਤੀ ਕਰ ਰਿਹਾ ਸੀ, ਸਾਨੂੰ ਤਰਸ ਆਇਆ। ਤੇ ਹੁਣ ਇਹਦੀ ਬੰਦ ਖੁਲਾਸੀ ਕੀਤੀ ਹੈ। ਅਤਿਅੰਤ ਜਿਹੜੇ ਦੁੱਖ ਪ੍ਰਾਪਤ ਹੋ ਰਹੇ ਸਨ, ਕਦੇ ਸਿਰ ਵਾਲਾ ਪਾਸਾ ਜ਼ੋਰ-ਜ਼ੋਰ ਦੇ ਨਾਲ ਧਰਤੀ 'ਤੇ ਮਾਰ ਰਿਹਾ ਹੈ, ਕਦੇ ਧੜ ਦੇ ਭਾਰ ਪੁੱਠਾ ਲੜਕਦਾ ਹੈ, ਲਿਟਦਾ ਹੈ, ਕਦੇ ਆਪਣੀ ਪੂਛ ਨੂੰ ਹਿਲਾ ਹਿਲਾ ਧਰਤੀ 'ਤੇ ਮਾਰਦਾ ਹੈ, ਕੀੜਿਆਂ ਨੂੰ ਬਾਹਰ ਕੱਢਦਾ ਹੈ। ਕਹਿਣ ਲੱਗੇ ਅਸੀਂ ਹੁਣ ਇਹਦੀ ਮੁਕਤੀ ਕੀਤੀ ਹੈ। ਤੇ ਸਤਿਗੁਰਾਂ ਨੇ ਐਸਾ ਵਚਨ ਸੁਣਾਇਆ, ਸਾਰੇ ਹੈਰਾਨ ਰਹਿ ਗਏ। ਤੇ ਸਤਿਗੁਰਾਂ ਨੇ ਵਚਨ ਕੀਤਾ ਕਿ ਭਾਈ ਜਿਹੜਾ ਸੰਗਤ ਦਾ ਪੈਸਾ ਹੈ, ਧਨ ਦਾ ਪੈਸਾ ਹੈ, ਇਹਨੇ ਆਪਣੇ ਪਰਿਵਾਰ ਵਾਸਤੇ ਖਰਚ ਕੀਤਾ। ਤੇ ਇਸੇ ਤਰ੍ਹਾਂ ਜਿਹੜਾ ਸਾਂਝਾ ਪੈਸਾ ਸੰਗਤ ਦਾ ਹੈ, ਕਿਸੇ ਪ੍ਰੇਮੀ ਦਾ ਹੈ, ਜਿਹਨੇ ਇਸ ਕਰਕੇ ਦਿੱਤਾ ਹੈ ਕਿ ਗੁਰੂ ਘਰ ਦੇ ਵਿੱਚ ਲੱਗੇ ਜਾਂ ਧਾਰਮਿਕ ਕਾਰਜਾਂ ਵਾਸਤੇ ਲੱਗੇ। ਜਦੋਂ ਇਸ ਤਰ੍ਹਾਂ ਕੋਈ ਕਰਦਾ ਹੈ ਤੇ ਇਹ ਹਸ਼ਰ ਹੁੰਦਾ ਹੈ। ਜਦੋਂ ਕੋਈ ਧਾਰਮਿਕ ਪੂਜਾ ਦਾ ਧਨ ਜਿਹੜਾ ਹੈ ਉਹ ਆਪਣੇ ਵਾਸਤੇ, ਨਿੱਜੀ ਵਾਸਤੇ ਵਰਤਿਆ ਜਾਂਦਾ ਹੈ ਤੇ ਇਹੀ ਅਸਰ ਹੁੰਦਾ ਹੈ। ਇਸੇ ਤਰ੍ਹਾਂ ਹੀ ਲੇਖਾ ਦੇਣਾ ਪੈਂਦਾ ਹੈ। ਆਓ, ਇਹ ਤਾਂ ਪਿਛਲਾ ਇਤਿਹਾਸ ਸੀਗਾ ਜਿਹਦੇ ਤੋਂ ਪ੍ਰੇਰਨਾ ਮਿਲਦੀ ਹੈ ਕਿ ਭਾਈ ਕਿਰਤ ਕਰੀਏ, ਆਪਣੀ ਕਿਰਤ ਨਾਮ ਜਪੀਏ, ਵੰਡ ਛਕੀਏ ਤਾਂ ਜੀਵਨ ਭਲਾ ਹੈ। ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਉਹਨੂੰ ਇੱਕ ਨਾ ਇੱਕ ਦਿਨ ਲੇਖਾ ਜ਼ਰੂਰ ਦੇਣਾ ਪਏਗਾ, ਲੇਖਾ ਹੋਏਗਾ, ਲੇਖਾ ਦੇਣਾ ਹੀ ਪਏਗਾ। ਰਹੋ ਵਿਚਾਰ। ਆਓ ਅਗਲੇਰਾ ਜਿਹੜਾ ਇਤਿਹਾਸ ਹੈ 7ਵੇਂ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਭਾਵਨਾ ਦੇ ਨਾਲ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਭਾਈ ਗੋਂਦਾ ਗੁਰ ਭਗਤ, ਗੁਰ ਮੂਰਤ ਕੋ ਧਿਆਨ। 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਵੇਲੇ ਇੱਕ ਸਿੱਖ ਹੈ, ਸਤਿਗੁਰਾਂ ਦਾ ਬੜਾ ਪ੍ਰੇਮੀ, ਜਿਹਦਾ ਨਾਮ ਹੈ ਭਾਈ ਗੋਂਦਾ। ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨਾਲ ਬੜਾ ਸਨੇਹ, ਬੜਾ ਪਿਆਰ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸੇਵਾ ਕਰਦਾ ਹੈ। ਔਰ ਹਮੇਸ਼ਾ ਹੀ ਬੜੇ ਪਿਆਰ ਦੇ ਨਾਲ ਅੰਮ੍ਰਿਤ ਵੇਲੇ ਉੱਠਦਾ ਹੈ, ਬੰਦਗੀ ਕਰਦਾ ਹੈ, ਸਿਮਰਨ ਕਰਦਾ ਹੈ।
ਔਰ ਸਤਿਗੁਰਾਂ ਦੇ ਦੀਦਾਰ ਕਰਦਾ ਆ ਕਰਕੇ ਸਤਵੇਂ ਪਾਤਸ਼ਾਹ ਜੀ ਦੇ। ਫਿਰ ਸਾਰਾ ਦਿਨ ਸੇਵਾ ਦੇ ਵਿੱਚ ਲੱਗਿਆ ਰਹਿੰਦਾ ਹੈ। ਚੌਪਈ ਸ੍ਰੀ ਸਤਿਗੁਰ ਪੂਰਨ ਹਰਿ ਰਾਏ। ਕਹਿਣ ਲੱਗੇ ਸਹਿ ਪਾਤਸ਼ਾਹ, ਗਰੀਬ ਨਿਵਾਜ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਦੇ ਵਾਂਗ, ਗੁਰੂ ਅੰਗਦ ਸਾਹਿਬ ਜੀ ਦੇ ਵਾਂਗ, ਗੁਰੂ ਅਰਜਨ ਦੇਵ ਜੀ ਦੇ ਵਾਂਗ, ਬਾਕੀ ਜਿਸ ਤਰ੍ਹਾਂ 6 ਗੁਰੂ ਸਾਹਿਬਾਨ ਜਗਤ ਦੇ ਵਿੱਚ ਰਹਿ ਭਲਾ ਕੀਤਾ, ਬੇਅੰਤ ਪਰਉਪਕਾਰ ਕੀਤੇ, ਉਸੇ ਤਰ੍ਹਾਂ ਸੱਤਵੇਂ ਜੋਤ ਦੇ ਸੱਤਵੇਂ ਸਰੀਰ ਦੇ ਵਿੱਚ ਜੋਤ ਪ੍ਰਵੇਸ਼ ਹੋਈ ਹੈ। ਸੱਤਵੇਂ ਪਾਤਸ਼ਾਹ ਜੀ ਗੁਰੂ ਬਣੇ ਹਨ ਔਰ ਇਸੇ ਤਰ੍ਹਾਂ ਜਗਤ ਦੇ ਜੀਵਾਂ ਦਾ ਭਲਾ ਕਰ ਰਹੇ ਹਨ। ਔਰ ਇਹ ਭਾਈ ਗੋਂਦਾ ਜੀ ਜਿਹੜਾ ਹੈ ਬੜੇ ਪਿਆਰ ਦੇ ਨਾਲ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੀ ਸੇਵਾ ਕਰ ਰਿਹਾ ਹੈ। ਭਏ ਪ੍ਰਸੰਨ ਏਕ ਦਿਨ ਹੇਰਾ। ਕਹਿਣ ਲੱਗੇ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਇੱਕ ਦਿਨ ਬੜੇ ਪ੍ਰਸੰਨ ਹੋਏ ਭਾਈ ਗੋਂਦਾ ਜੀ ਦੀ ਸੇਵਾ ਦੇਖ ਕੇ, ਜਪ ਤਪ ਦੇਖ ਕੇ, ਔਰ ਬੜਾ ਪ੍ਰੇਮ ਹੈ, ਬੜੀ ਨਿਮਰਤਾ ਹੈ, ਬਹੁਤ ਵੱਡੀ ਸੇਵਾ ਹੈ। ਇੱਕ ਦਿਨ ਖੁਸ਼ ਹੋ ਕਰਕੇ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਬਚਨ ਕੀਤਾ ਹੈ ਤੇ ਸਤਿਗੁਰਾਂ ਨੇ ਕੋਲ ਬੁਲਾ ਕਰਕੇ ਪਿਆਰ ਦੇ ਨਾਲ ਕੋਲ ਬਿਠਾ ਕਰਕੇ ਇਸ ਤਰ੍ਹਾਂ ਪ੍ਰੇਰਨਾ ਦਿੱਤੀ ਹੈ। ਕਹਿਣ ਲੱਗੇ ਹੇ ਭਾਈ ਗੋਂਦਾ ਜੀ, ਕਾਬਲ ਵਾਲਾ ਜਿਹੜਾ ਇਲਾਕਾ ਹੈ ਉਧਰਲੇ ਪਾਸੇ ਬੇਅੰਤ ਗੁਰੂ ਕੇ ਪਿਆਰੇ ਵਸਦੇ ਹਨ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਉਧਰ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਰਹਿ ਰਹੀ ਹੈ, ਇੱਥੇ ਵੀ ਆਉਂਦੀ ਹੈ। ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਕਿਉਂਕਿ ਸਮੇਂ-ਸਮੇਂ ਦੇ ਨਾਲ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਜਿੱਥੇ ਸੰਗਤ ਦੀ ਬਹੁਤ ਤਾਕਤ ਹੈ, ਜਿੱਥੇ ਜਿੱਥੇ ਸੰਗਤ ਵੱਡੇ ਰੂਪ ਦੇ ਵਿੱਚ ਵਸਦੀ ਹੈ, ਪਾਤਸ਼ਾਹ ਜੀ ਉੱਥੇ ਸਿੱਖੀ ਦਾ ਜਿਹੜਾ ਸਿਧਾਂਤ ਹੈ ਜਾਂ ਮਰਿਆਦਾ ਹੈ ਜਾਂ ਵਿਚਾਰਧਾਰਾ ਹੈ ਸਿੱਖੀ ਦੀ, ਉਹਨਾਂ ਨੂੰ ਵਿਚਾਰਧਾਰਾ ਨੂੰ ਸਿੱਖਾਂ ਦੇ ਵਿੱਚ ਦ੍ਰਿੜ ਕਰਾਉਣ ਵਾਸਤੇ ਕਈ ਵਾਰੀ ਪ੍ਰਚਾਰਕ ਥਾਪ ਕੇ ਭੇਜਦੇ ਸਨ ਕਿ ਭਾਈ ਜਾਓ ਤੁਸੀਂ ਉੱਥੇ ਰਹੋ, ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਗੁਰਸਿੱਖੀ ਦੀ ਪ੍ਰੇਰਨਾ ਦਿਓ, ਗੁਰਸਿੱਖੀ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਓ। ਅਤੇ ਸਤਿਗੁਰਾਂ ਨੇ ਇਸ ਕਰਕੇ ਭਾਈ ਗੋਂਦਾ ਜੀ ਨੂੰ ਕੋਲ ਬੁਲਾਇਆ ਹੈ ਤੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ। ਕਹਿਣ ਲੱਗੇ ਹੇ ਭਾਈ ਗੋਂਦਾ ਜੀ, ਜਾਓ ਤੁਸੀਂ ਨਾ ਕਾਬਲ ਵਾਲੇ ਪਾਸੇ ਰਹੋ ਤੇ ਸਿੱਖਾਂ ਦੀ ਸੁੱਧ ਲਓ, ਖਬਰਸਾਰ ਲਓ, ਕਿਵੇਂ ਵਸਦੇ ਹਨ, ਕਿਵੇਂ ਰਹਿ ਰਹੇ ਹਨ, ਔਰ ਉਹਨਾਂ ਨੂੰ ਗੁਰਸਿੱਖੀ ਦਾ ਜਿਹੜਾ ਸਬਕ ਹੈ ਸਿਖਾਓ, ਗੁਰੂ ਘਰ ਦੀ ਜਿਹੜੀ ਵਿਚਾਰਧਾਰਾ ਹੈ ਉਹਦੇ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਓ। ਔਰ ਕਹਿਣ ਲੱਗੇ ਕਾਬਲ ਦੀ ਜਿਹੜੀ ਧਰਤੀ ਹੈ ਸੁੰਨੀ ਹੈ, ਉੱਥੇ ਕੋਈ ਜਿਹੜਾ ਪ੍ਰਚਾਰਕ ਹੈ ਗੁਰੂ ਘਰ ਦਾ ਵਿਚਾਰ ਜੋ ਉੱਧਰ ਦੇਣ ਵਾਲਾ, ਗੁਰੂ ਘਰ ਦੀ ਮਰਿਆਦਾ ਤੋਂ ਜਾਣੂ ਕਰਵਾਉਣ ਵਾਲਾ ਕੋਈ ਪੱਕੇ ਤੌਰ 'ਤੇ ਨਹੀਂ ਹੈ। ਇਹ ਭਾਈ ਗੋਂਦਾ ਜੀ ਤੁਸੀਂ ਜਾਓ ਜੀ ਤੇ ਨਿੱਤ ਉੱਥੇ ਬੈਠ ਕੇ ਵੱਖਰੇ ਵੱਖਰੇ ਥਾਵਾਂ 'ਤੇ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਨਾਲ ਘਰ ਦੇ ਨਾਲ ਜੁੜੇ ਹੋਏ ਹਨ ਅਤੇ ਬੇਅੰਤ ਸਮੇਂ ਉੱਥੋਂ ਵੱਡੇ ਰੂਪ ਦੇ ਵਿੱਚ ਸੰਗਤ ਇੱਥੇ ਪਹੁੰਚਦੀ ਹੈ, ਆਉਂਦੀ ਹੈ, ਹਾਜ਼ਰੀਆਂ ਭਰਦੀ ਹੈ। ਔਰ ਉਹਨਾਂ ਦੀ ਵੀ ਬੇਨਤੀ ਸੀਗੀ ਕਿਉਂਕਿ ਕਈਆਂ ਥਾਵਾਂ 'ਤੇ ਮਸੰਦ ਜਥੇਦਾਰ ਪ੍ਰਚਾਰਕ ਥਾਪੇ ਹੋਏ ਸਨ, ਉਹ ਕੁਝ ਇਲਾਕਿਆਂ ਦੇ ਵਿੱਚ ਰਹਿ ਰਹੇ ਸਨ, ਗੁਰੂ ਘਰ ਦਾ ਸੁਨੇਹਾ ਕੋਈ ਸੱਦਾ ਪੱਤਰ ਦਿੰਦੇ ਸਨ, ਸੰਗਤਾਂ ਦੇ ਕੋਲੋਂ ਭੇਟਾਵਾਂ ਇਕੱਠੀਆਂ ਕਰਦੇ ਸਨ ਔਰ ਨਾਲ ਨਾਲ ਗੁਰਸਿੱਖੀ ਦਾ ਪ੍ਰਚਾਰ ਕਰਦੇ ਸਨ। ਇਹ ਸਤਿਗੁਰਾਂ ਦੇ ਵੇਲੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦੇ ਵੇਲੇ ਤੋਂ ਔਰ ਗੁਰੂ ਅਮਰਦਾਸ ਜੀ ਨੇ ਮੰਜੀਦਾਰ ਥਾਪੇ ਹੋਏ ਸਨ, ਉਦੋਂ ਤੋਂ ਹੀ ਇਹ ਕਾਰਜ ਜਿਹੜਾ ਹੈ ਉਹ ਰੰਭਿਆ ਹੋਇਆ ਸੀਗਾ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ। ਔਰ ਸਤਿਗੁਰਾਂ ਨੇ ਫਿਰ ਇਸ ਤਰ੍ਹਾਂ ਆਪਣੇ ਪਿਆਰੇ ਸੇਵਕ ਨੂੰ ਕੋਲ ਸੱਦ ਕੇ ਸਮਝਾਇਆ ਹੈ ਔਰ ਉੱਥੇ ਰਹਿ ਕਰਕੇ ਇੱਕ ਤਾਂ ਸੰਗਤਾਂ ਨੂੰ ਗੁਰੂ ਘਰ ਦੀ ਜਿਹੜੀ ਪ੍ਰੇਰਨਾ ਹੈ, ਸਿੱਖਿਆ ਹੈ, ਮਰਿਆਦਾ ਹੈ, ਸਿਧਾਂਤ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਵੱਖਰਾ ਪੰਥ ਚੜਾਇਆ ਹੈ, ਇੱਕ ਤਾਂ ਉਹਦੇ ਤੋਂ ਜਾਣੂ ਕਰਾਉਣਾ ਹੈ।
ਤੇ ਦੂਸਰਾ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ ਤਹਿ ਕੇ ਜੋ ਗੁਰ ਕਾਰ ਅਸ਼ੇਸ਼। ਦੂਸਰਾ ਬਚਨ ਇਹ ਹੈ, ਉੱਥੋਂ ਦੀ ਜਿਹੜੀ ਕਾਰ ਭੇਟਾ ਹੈ, ਜਿਹੜੀ ਸੰਗਤ ਉੱਥੇ ਦਸਵੰਧ ਕੱਢਦੀ ਹੈ ਗੁਰੂ ਘਰ ਵਾਸਤੇ, ਮਾਇਆ ਪਦਾਰਥ ਜਿਨ੍ਹਾਂ ਦੇ ਅੰਦਰ ਇੱਛਾ ਹੁੰਦੀ ਹੈ, ਤੇ ਸਾਰੇ ਦੇਸ਼ ਦੇ ਵਿੱਚੋਂ ਅੱਗੇ ਕੁਝ ਸੇਵਾਦਾਰ ਨਾਲ ਲਾ ਕਰਕੇ ਤੇ ਉਹ ਕਾਰ ਭੇਟਾ ਇੱਕ ਜਗ੍ਹਾ ਤੇ ਇਕੱਠੀ ਕਰੀ ਜਾਓ। ਸਤਿਗੁਰਾਂ ਨੇ ਬਚਨ ਕੀਤਾ, ਗੁਰੂ ਘਰ ਦੀ ਜਿਹੜੀ ਸੇਵਾ ਹੈ ਉਹ ਇੱਕ ਥਾਂ ਤੇ ਇਕੱਤਰ ਕਰੋ ਜੀ। ਔਰ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿਣ ਲੱਗੇ ਹੇ ਭਾਈ ਗੋਂਦਾ ਜੀ, ਜਿਹੜੇ ਕੋਈ ਪ੍ਰਭੂ ਦੇ ਪਿਆਰੇ ਹੋਣ, ਪਰਮੇਸ਼ਰ ਦੇ ਪਿਆਰੇ, ਜਾਂ ਹੋਰ ਕੋਈ ਲੋੜਵੰਦ ਹੋਵੇ, ਲੋੜਵੰਦ ਕੋਈ ਭੁੱਖਾ ਹੈ, ਬੇਸਹਾਰਾ ਹੈ, ਜਿਹੜਾ ਵਾਕਈ ਲੋੜਵੰਦ ਲੱਗਦਾ ਹੈ, ਉਹਦੀ ਮਾਇਆ ਕਰਕੇ, ਉਹਦੀ ਪਦਾਰਥਾਂ ਕਰਕੇ, ਲੰਗਰ ਕਰਕੇ ਸਹਾਇਤਾ ਕਰੋ। ਇਹ ਗੁਰੂ ਨਾਨਕ ਸਾਹਿਬ ਜੀ ਦਾ ਸ਼ੁਰੂ ਤੋਂ ਹੀ ਘਰ ਦਾ ਇਹ ਸਿਧਾਂਤ ਰਿਹਾ ਹੈ। ਸਹਿ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਹੀ ਉਹ ਵੀ ਸਾਧੂ ਮਹਾਤਮਾ ਮਹਾਂਪੁਰਸ਼ਾਂ ਨੂੰ ਦੇਖ ਕੇ ਇੱਕ ਵਾਰੀ ਕਈ ਦਿਨਾਂ ਤੋਂ ਭੁੱਖੇ ਬੈਠੇ ਹੋਏ ਸਨ, ਵਪਾਰ ਕਰਨ ਵਾਸਤੇ ਗਏ ਤੇ ਉਹ ਵੀ ਪ੍ਰਸ਼ਾਦਾ ਛਕਾ ਕੇ ਆਏ ਸਨ ਕਿ ਭਾਈ ਇਹ ਹੀ ਵੱਡਾ ਧਰਮ ਵਾਲਾ ਕਾਰਜ ਹੈ। ਹੁਣ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਹੇ ਭਾਈ ਗੋਂਦਾ ਜੀ, ਉੱਥੇ ਰਹੋ ਤੇ ਜੇ ਤੁਹਾਨੂੰ ਕੋਈ ਲੋੜਵੰਦ ਉੱਥੇ ਜਾਪੇ, ਉਹਦੀ ਹਰ ਤਰ੍ਹਾਂ ਦੇ ਨਾਲ ਮਦਦ ਕਰੋ, ਔਰ ਉਹਨਾਂ ਨੂੰ ਹਰੇਕ ਨੂੰ ਕੋਈ ਭੁੱਖਾ ਨਹੀਂ ਸੌਣਾ ਚਾਹੀਦਾ ਹੈ। ਔਰ ਗੁਰੂ ਕਾ ਜਿਹੜਾ ਲੰਗਰ ਹੈ ਉਹ ਵੱਡੇ ਰੂਪ ਦੇ ਵਿੱਚ ਚਲਾਓ, ਜਿਤਨੀ ਮੰਗ ਹੋਵੇ, ਜਿਤਨੀ ਸੰਗਤ ਦੀ ਤਾਦਾਦ ਹੋਵੇ ਨਾ, ਜਿੰਨੀ ਲੋੜ ਹੋਵੇ, ਉਸ ਹਿਸਾਬ ਦੇ ਨਾਲ ਉੱਥੇ ਤੁਸੀਂ ਰਹਿ ਕਰਕੇ ਕਾਰਜ ਕਰੋ ਜੀ। ਔਰ ਜਿਹੜਾ ਬਚ ਜਾਏ, ਜਿਹੜਾ ਜਿਤਨੀ ਲਾਗਤ ਹੋ ਜਾਏ ਠੀਕ ਹੈ, ਤੇ ਜਿਹੜੀ ਮਾਇਆ ਕੁਛ ਰਹਿ ਜਾਂਦੀ ਹੈ ਤੇ ਸਾਰਾ ਕੁਝ ਉੱਥੇ ਖਰਚ ਕਰਨ ਤੋਂ ਬਾਅਦ, ਉੱਥੇ ਪ੍ਰਬੰਧ ਕਰਨ ਤੋਂ ਬਾਅਦ ਉਹਨੂੰ ਸੰਭਾਲ ਲਓ ਜੀ। ਤੇ ਫਿਰ ਕੁਝ ਸੇਵਾਦਾਰ ਜਾਂ ਆਪ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੇ ਪਹੁੰਚਾ ਦੇਵੋ। ਜਿਹੜੀ ਕੋਈ ਭੇਟਾ ਫਿਰ ਵੀ ਬਚ ਜਾਏ, ਸਾਰਿਆਂ ਦੀ ਮਦਦ ਕਰਨ ਤੋਂ ਬਾਅਦ ਉੱਥੇ ਰਹਿ ਕਰਕੇ ਤੇ ਜਿਸ ਤਰ੍ਹਾਂ ਦਾ ਤੁਹਾਨੂੰ ਠੀਕ ਲੱਗੇ ਉਸੇ ਤਰ੍ਹਾਂ ਦਾ ਪ੍ਰਚਾਰ ਪ੍ਰਸਾਰ ਵੀ ਕਰੋ, ਤੇ ਗੁਰੂ ਘਰ ਦੀ ਵਿਚਾਰਧਾਰਾ ਤੋਂ ਜਾਣੂ ਵੀ ਕਰਵਾਓ, ਤੇ ਲੋੜਵੰਦਾਂ ਦੀ ਮਦਦ ਵੀ ਕਰੋ। ਤਾਂ ਵੀ ਜਿਹੜੀ ਮਾਇਆ ਬਚਦੀ ਹੈ ਉਹ ਇੱਥੇ ਭੇਜ ਦੇਵੋ ਜੀ। ਔਰ ਸਿੱਖਾਂ ਸੇਵਕਾਂ ਤੋਂ ਜਿੰਨਾ ਵੀ ਇਹ ਧਾਨ, ਇਹ ਮਾਇਆ ਪ੍ਰਾਪਤ ਹੁੰਦੀ ਹੈ, ਸੁਨ ਆਗਿਆ ਕੋ ਹੋਏ ਕਰ ਵਿਦਾ। ਔਰ ਇਹ ਸਾਰਾ ਬਚਨ ਬੜੇ ਪਿਆਰ ਦੇ ਨਾਲ ਭਾਈ ਗੋਂਦਾ ਜੀ ਨੇ ਸੁਣਿਆ, ਔਰ ਫਿਰ ਸਤਿਗੁਰਾਂ ਦਾ ਹੁਕਮ ਸਤ ਵਚਨ ਕਰਕੇ ਮੰਨਿਆ, ਤੇ ਸਤਵੇਂ ਪਾਤਸ਼ਾਹ ਜੀ ਤੋਂ ਭਾਈ ਗੋਂਦਾ ਜੀ ਜਿਹੜੇ ਬੜੇ ਪਿਆਰੇ ਸੇਵਕ ਹਨ, ਸਤਿਗੁਰਾਂ ਤੋਂ ਆਗਿਆ ਪ੍ਰਾਪਤ ਕੀਤੀ ਹੈ, ਵਿਦਾ ਹੋਏ ਹਨ। ਔਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਆਪਣੇ ਰਸਤੇ ਤੇ ਕਾਬਲ ਵਾਲੇ ਪਾਸੇ ਭਾਈ ਗੋਂਦਾ ਜੀ ਚੱਲ ਪਏ ਹਨ। ਔਰ ਹੁਣ ਵਲਾਇਤ ਦੇ ਵਿੱਚ ਕਹਿਣ ਤੋਂ ਭਾਵ ਦੂਸਰੇ ਦੇਸ਼ ਦੇ ਵਿੱਚ ਜਾ ਕਰਕੇ, ਕਾਬਲ ਵਾਲੇ ਪਾਸੇ ਜਾ ਕਰਕੇ ਭਾਈ ਗੋਂਦਾ ਜੀ ਨੇ ਹੁਣ ਡੇਰਾ ਕੀਤਾ ਹੈ, ਟਿਕਾਣਾ ਬਣਾਇਆ ਹੈ। ਔਰ ਫਿਰ ਸਤਵੇਂ ਪਾਤਸ਼ਾਹ ਜੀ ਦਾ ਜਿਹੜਾ ਹੁਕਮ ਹੈ ਸਾਰੇ ਇਲਾਕੇ ਦੇ ਵਿੱਚ ਵੱਖਰੇ ਵੱਖਰੇ ਸੇਵਾਦਾਰਾਂ ਰਾਹੀਂ ਪਹੁੰਚਾ ਦਿੱਤਾ ਹੈ ਕਿ ਭਾਈ ਸਤਵੇਂ ਪਾਤਸ਼ਾਹ ਜੀ ਨੇ ਇਸ ਕਾਰਜ ਵਾਸਤੇ ਮੈਨੂੰ ਤੁਹਾਡੇ ਇਸ ਇਲਾਕੇ ਦੇ ਵਿੱਚ ਭੇਜਿਆ ਹੈ। ਸਾਰੀ ਸੰਗਤ ਨੇ ਵੱਡਾ ਮਾਣ ਭਾਈ ਗੋਂਦਾ ਜੀ ਦਾ ਕੀਤਾ ਹੈ। ਔਰ ਜਿਤਨੇ ਵੀ ਫਿਰ ਲੋੜਵੰਦ ਸਨ, ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਲੋੜਵੰਦ ਹੈ, ਭਾਈ ਗੋਂਦਾ ਜੀ ਦੇਖਦੇ ਸਨ। ਸਿੱਖ ਆਥਿਤਨ ਜੇਤਕ ਅਚਾਵਹਿ, ਜਿਹੜੇ ਭਾਈ ਗੋਂਦਾ ਜੀ ਦੇ ਕੋਲ ਆਉਂਦੇ ਸਨ, ਭਾਈ ਗੋਂਦਾ ਜੀ ਉਹਨਾਂ ਨੂੰ ਹਰ ਤਰ੍ਹਾਂ ਦੇ ਨਾਲ ਉਹਨਾਂ ਦੀ ਸਹਾਇਤਾ ਕਰਦੇ ਹਨ। ਗੁਰੂ ਕੀ ਜਿਹੜੀ ਮਾਇਆ ਹੈ, ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਇਹ ਜਿਹੜੇ ਰਹਿਤਨਾਮਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਚਨ ਹਨ।
ਉਸੇ ਤਰ੍ਹਾਂ ਜਿਹੜਾ ਗਰੀਬ ਹੈ, ਜਿਹੜਾ ਲੋੜਵੰਦ ਹੈ, ਪੇਟ ਤੋਂ ਭੁੱਖਾ ਹੈ, ਕਿਸੇ ਵੀ ਰੂਪ ਦੇ ਵਿੱਚ ਹੈ, ਗਰੀਬ ਨਿਵਾਜ ਸਤਿਗੁਰਾਂ ਦਾ ਉਹ ਹੁਕਮ ਹੈ। ਤੇ ਭਾਈ ਗੋਂਦਾ ਜੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੰਦੇ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਉਹਨਾਂ ਨੇ ਨਗਰ ਵਸਾਇਆ। ਤੇ ਜਿਹੜੇ ਲੋੜਵੰਦ ਸਨ, ਜਿਨ੍ਹਾਂ ਦੇ ਕੋਲ ਕਾਰੋਬਾਰ ਨਹੀਂ ਸੀਗਾ, ਪਾਤਸ਼ਾਹ ਜੀ ਨੇ ਆਪਣੇ ਕੋਲੋਂ ਉਹਨਾਂ ਨੂੰ ਕਾਰੋਬਾਰ ਖੋਲ੍ਹ ਕੇ, ਬਾਜ਼ਾਰ ਬਣਾ ਕੇ, ਦੁਕਾਨਾਂ ਬਣਾ ਕੇ, ਹੱਟੀਆਂ ਬਣਾ ਕੇ ਦਿੱਤੀਆਂ ਸਨ। 52 ਤਰ੍ਹਾਂ ਦੇ ਲੋਕ ਵਸਾਏ ਸਨ, ਉਹਨਾਂ ਨੂੰ ਸੈੱਟ ਕੀਤਾ, ਉਹਨਾਂ ਦੀ ਸਹਾਇਤਾ ਕੀਤੀ, ਉਹਨਾਂ ਨੂੰ ਸੋਹਣੇ ਕਾਰੋਬਾਰ ਚਲਾ ਕਰਕੇ ਦਿੱਤੇ। ਥੋੜ੍ਹੇ ਕੁ ਸਮੇਂ ਦੇ ਵਿੱਚ ਸੋਹਣਾ ਚੰਗਾ ਵਧੀਆ ਜਿਹੜਾ ਸ਼ਹਿਰ ਹੈ ਵਸ ਗਿਆ ਸੀਗਾ। ਭਾਵ ਹੈ ਕਿ ਜਿਹੜਾ ਸਿੱਖ ਹੈ, ਇਹ ਸਾਨੂੰ ਇਤਿਹਾਸ ਦੇ ਵਿੱਚੋਂ ਪ੍ਰੇਰਨਾ ਮਿਲਦੀ ਹੈ ਕਿ ਭਾਈ ਇਹ ਧਰਮ ਇਹ ਹੈ ਕਿ ਕਿਸੇ ਦੀ ਸਹਾਇਤਾ ਕਰਨੀ, ਲੋੜਵੰਦ ਦੀ ਮਦਦ ਕਰਨੀ, ਹਰੇਕ ਦਾ ਭਲਾ ਕਰਨਾ। ਜਿਹੜਾ ਸਿੱਖ ਹੈ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਨਾਲ ਜੁੜਿਆ ਹੋਇਆ ਹੈ। ਆਪਾਂ ਕਈ ਵਾਰੀ ਬਚਨ ਕਰਦੇ ਹਾਂ ਕਿ ਕੇਵਲ ਬਚਨ ਪੜ੍ਹਨ ਵਾਸਤੇ ਨਹੀਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਆਪਾਂ ਆਖੀ ਤਾਂ ਜਾ ਰਹੇ ਹਾਂ, ਸਰਬੱਤ ਦਾ ਭਲਾ ਤਾਂ ਹੋਏਗਾ ਜਦੋਂ ਕੋਈ ਸਿੱਖ ਨੂੰ ਰਿਜ਼ਕ ਦੇਵੇਗਾ, ਕਿਸੇ ਨੂੰ ਕਾਰੋਬਾਰ ਖੋਲ੍ਹ ਕੇ ਦੇਵੇਗਾ, ਚੰਗੀ ਨੀਅਤ ਦੇ ਨਾਲ ਕਿਸੇ ਦੀ ਮਦਦ ਕਰੇਗਾ। ਆਪਣੇ ਮਨਾਂ ਦੇ ਵਿੱਚ ਤਾਂ ਈਰਖਾ ਪੈਦਾ ਹੋ ਜਾਂਦੀ ਹੈ, ਇਹ ਅੱਗੇ ਕਿਉਂ ਨਿਕਲ ਗਿਆ, ਇਹਦਾ ਕੰਮ ਚੱਲ ਕਿਉਂ ਪਿਆ, ਇਹਨੇ ਆਹ ਚੀਜ਼ ਲੈ ਕਿਉਂ ਆਂਦੀ। ਕਈ ਤਰ੍ਹਾਂ ਦੀਆਂ ਈਰਖਾ ਪੈਦਾ ਹੋ ਜਾਂਦੀਆਂ ਹਨ। ਇਹ ਤਾਂ ਦੇਖੋ, ਇਹ ਤਾਂ ਫਿਰ ਸਰਬੱਤ ਦੇ ਭਲੇ ਵਾਲੀ ਗੱਲ ਨਹੀਂ ਨਾ ਹੋਈ। ਗੁਰੂ ਕਾ ਸਿੱਖ ਖੁਸ਼ ਹੋਵੇ, ਪ੍ਰਸੰਨ ਹੋਵੇ, ਕਿਸੇ ਨੂੰ ਅੱਗੇ ਕਰੇ, ਕਿਸੇ ਨੂੰ ਸਗੋਂ ਰੋਟੀ ਦੇ ਵਿੱਚ ਪਾਵੇ। ਤੇ ਕਈ ਵਾਰੀ ਮਾਨਸਿਕਤਾ ਸਾਡੀ ਇਹੋ ਜਿਹੀ ਹੈ ਕਿ ਜੇਕਰ ਕਿਸੇ ਨੂੰ ਘਾਟਾ ਪੈ ਜਾਵੇ ਜਾਂ ਕੋਈ ਕਿਸੇ ਕੰਮ ਦੇ ਵਿੱਚ ਫਸ ਜਾਵੇ ਤੇ ਆਂਦੇ ਚੰਗਾ ਹੋਇਆ ਫਸ ਗਿਆ ਹੈ। ਇਹ ਤਾਂ ਇਸੇ ਵਾਹ ਵਾਲਾ ਸੀਗਾ, ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀਗਾ। ਐਸੀ ਜਿਹੜੀ ਨੀਅਤ ਹੈ ਉਹ ਗੁਰੂ ਕੇ ਪਿਆਰੇ ਦੀ ਨਹੀਂ ਹੋਣੀ ਚਾਹੀਦੀ। ਉਹ ਤਾਂ ਬੁਰੇ ਦਾ ਵੀ ਭਲਾ ਕਰੇ, ਫਰੀਦਾ ਬੁਰੇ ਦਾ ਭਲਾ ਕਰ। ਇਹ ਸਿੱਖੀ ਦੇ ਸਿਧਾਂਤ ਹਨ, ਇਹ ਸਰਬੱਤ ਦਾ ਭਲਾ ਹੈ। ਰਹੋ ਵਿਚਾਰ। ਹੁਣ ਭਾਈ ਗੋਂਦਾ ਜੀ ਦੇਖੋ ਕਾਬਲ ਦੇ ਵਿੱਚ ਗਏ ਹਨ 7ਵੇਂ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ, ਔਰ ਉੱਥੇ ਰਹਿ ਕਰਕੇ ਜਿਹੜਾ ਵੀ ਲੋੜਵੰਦ ਆਉਂਦਾ ਹੈ, ਜਿਹੜੇ ਧਰਮ ਦਾ ਹੋਵੇ, ਜੈਸਾ ਵੀ, ਹਰ ਤਰ੍ਹਾਂ ਦੇ ਨਾਲ ਉਹਦੀ ਮਦਦ ਕਰ ਰਹੇ ਹਨ। ਔਰ ਜਿਹੜਾ ਫਿਰ ਬਚ ਜਾਂਦਾ ਹੈ ਧਨ, ਤਾਂ ਵੀ ਉਹਨੂੰ ਫਿਰ ਗੁਰੂ ਵਾਸਤੇ ਭੇਜ ਦਿੰਦੇ ਹਨ, ਰੱਖ ਲੈਂਦੇ ਹਨ। ਉਹਨੂੰ ਕੀਰਤਪੁਰ ਸਾਹਿਬ ਦੀ ਧਰਤੀ 'ਤੇ 7ਵੇਂ ਪਾਤਸ਼ਾਹ ਜੀ ਦੇ ਕੋਲ ਭਾਈ ਗੋਂਦਾ ਜੀ ਕਾਬਲ ਤੋਂ ਭੇਜਦੇ ਹਨ। ਔਰ ਭਾਈ ਗੋਂਦਾ ਜੀ ਨੇ ਫਿਰ ਕਾਬਲ ਦੀ ਧਰਤੀ 'ਤੇ ਸਾਰੀ ਸੰਗਤ ਵਾਸਤੇ ਇੱਕ ਧਰਮਸ਼ਾਲਾ ਬਣਾਈ ਹੈ। ਜਿਸ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਆਪਾਂ ਕਹਿ ਦਿੰਦੇ ਗੁਰਦੁਆਰਾ ਤਿਆਰ ਕਰ ਲਿਆ, ਉਦੋਂ ਧਰਮਸ਼ਾਲਾ ਕਿਹਾ ਜਾਂਦਾ ਸੀਗਾ। ਔਰ ਭਾਈ ਗੋਂਦਾ ਜੀ ਨੇ ਸੰਗਤ ਦੀ ਕਾਰਪੇਟਾ ਦੇ ਨਾਲ ਸੰਗਤ ਦੇ ਬੈਠਣ ਵਾਸਤੇ, ਬੰਦਗੀ ਵਾਸਤੇ, ਸਿਮਰਨ ਵਾਸਤੇ, ਕੀਰਤੀ ਵਾਸਤੇ, ਗੁਰਮਤਿ ਦੀਆਂ ਵਿਚਾਰਾਂ ਵਾਸਤੇ, ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਕੁਝ ਜਿਹੜੀਆਂ ਧਰਮਸ਼ਾਲਾ ਵੱਖਰੇ ਵੱਖਰੇ ਥਾਵਾਂ 'ਤੇ ਪੈਦਾ ਕੀਤੀਆਂ ਹਨ। ਔਰ ਭਾਈ ਗੋਂਦਾ ਜੀ ਨੇ ਕੋਈ ਵੀ ਜਿਹੜਾ ਪੁਰਸ਼ ਹੈ ਆਪਣੇ ਨੇੜੇ ਤੇੜੇ ਕਦੇ ਭੁੱਖਾ ਨਹੀਂ ਰਹਿਣ ਦਿੱਤਾ ਕਦੇ, ਕਿਉਂਕਿ 7ਵੇਂ ਪਾਤਸ਼ਾਹ ਜੀ ਦਾ ਹੁਕਮ ਸੀਗਾ ਵੰਡ ਕੇ ਛਕਣ ਦਾ। ਸਿੱਖ ਦਾ ਜਿਹੜਾ ਸਿੱਖੀ ਦਾ ਸਿਧਾਂਤ ਹੈ ਉਹਦੇ ਮੁਤਾਬਕ ਭਾਈ ਗੋਂਦਾ ਜੀ ਜਿਹੜਾ ਵੀ ਕੋਈ ਲੋੜਵੰਦ ਹੈ, ਜਿਹੜਾ ਵੀ ਭੁੱਖਾ ਹੈ, ਉਹ ਗੁਰੂ ਕੇ ਸਿੱਖ ਦੇ ਕੋਲ ਆਉਂਦਾ ਹੈ। ਮੈਂ ਕਈ ਵਾਰ ਇਹ ਬਚਨ ਸਾਂਝੇ ਕੀਤੇ ਹਨ। ਅੱਜ ਵੀ ਭਾਈ ਤਾਰੂ ਸਿੰਘ ਜੀ ਦੇ ਜਨਮ ਅਸਥਾਨ ਪੂਲਾ ਨਗਰ ਵਿਖੇ ਹਾਜ਼ਰੀ ਸੀਗੀ, ਉੱਥੇ ਵੀ ਇਹੀ ਬਚਨ ਸਾਂਝੇ ਕਰ ਰਹੇ ਸਾਂ ਕਿ ਦੇਖੋ ਗੁਰੂ ਨਾਨਕ ਦੇਵ ਜੀ ਦੇ 3 ਬਚਨ ਸਾਖੀਕਾਰਾਂ ਨੇ, ਵਿਦਵਾਨਾਂ ਨੇ ਲਿਖੇ ਹਨ ਕਿ ਜਦੋਂ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਨਾ, ਪਾਤਸ਼ਾਹ ਮੈਨੂੰ ਹਮੇਸ਼ਾ ਨਾਲ ਰੱਖੋ, ਤੇ ਸਤਿਗੁਰਾਂ ਨੇ ਬਚਨ ਕੀਤੇ ਸੀ 3 ਗੁਰੂ ਨਾਨਕ ਦੇਵ ਜੀ ਨੇ। ਇੱਕ ਤਾਂ ਸੀਗਾ ਕਿ ਭਾਈ ਕੇਸ ਨਹੀਂ ਕਤਲ ਕਰਾਉਣੇ ਤੇ ਸਿਰ 'ਤੇ ਦਸਤਾਰ ਸਜਾਉਣੀ ਹੈ। ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਵੀ ਦਾਸ ਬੇਨਤੀ ਕਰ ਰਿਹਾ ਸੀਗਾ ਕਿ ਭਾਈ ਤਾਰੂ ਸਿੰਘ ਜੀ ਦਾ 300 ਸਾਲਾ ਜਨਮ ਦਿਹਾੜਾ
18 ਕੁ ਦਿਨਾਂ ਨੂੰ 20 ਕੁ ਦਿਨਾਂ ਨੂੰ ਆਉਣ ਵਾਲਾ ਹੈ। 9 ਤਰੀਕ ਨੂੰ 300 ਸਾਲਾ ਜਨਮ ਦਿਹਾੜਾ। ਤੇ ਗੁਰੂ ਕੇ ਸਿੱਖੋ ਬੇਨਤੀ ਹੈ ਕਿ ਐਸੇ ਮਹਾਨ ਮਹਾਂਪੁਰਸ਼ ਤੋਂ, ਐਸੇ ਸ਼ਹੀਦ ਦੇ ਜੀਵਨ ਤੋਂ ਪ੍ਰੇਰਨਾ ਲਈਏ ਔਰ ਆਪਣੇ ਬੱਚਿਆਂ ਨੂੰ ਵੀ ਕੇਸਾਧਾਰੀ ਬਣਾਈਏ, ਆਪ ਵੀ ਕੇਸਾਧਾਰੀ ਹੋਈਏ। ਇਹ ਨਹੀਂ ਕਿ ਵੀ ਹੀਰਾ ਘੱਤ ਕੇ ਚੱਲੋ ਪਈ ਪੂਲੇ ਦੀ ਨਗਰੀ ਦੇ ਵਿੱਚ ਭਾਈ ਤਾਰੂ ਸਿੰਘ ਦੇ ਜਨਮ ਸਥਾਨ 'ਤੇ ਚੱਲੀਏ, 300 ਸਾਲਾ ਆ ਗਿਆ, ਕਦੇ ਕੋਈ ਸਮਾਗਮ ਆ ਗਿਆ, ਚਲੋ ਜਾ ਆਈਏ। ਐਸਾ ਨਹੀਂ ਹੈ। ਇਕੱਲਾ ਕਿਤੇ ਯਾਤਰਾ ਹੀ ਕਰਨ ਤੱਕ ਸੀਮਿਤ ਨਾ ਰਹੀਏ। ਉਹਨਾਂ ਗੁਰੂ ਕੇ ਪਿਆਰਿਆਂ ਦੇ ਜੀਵਨ ਤੋਂ ਸੇਧ ਵੀ ਲਈਏ ਜਿਨ੍ਹਾਂ ਨੇ ਕੇਸਾਂ ਵਾਸਤੇ ਆਪਣਾ ਏਡਾ ਤਕੜਾ ਬਲੀਦਾਨ ਦਿੱਤਾ, ਸ਼ਹਾਦਤ ਦਿੱਤੀ। ਤੇ ਗੁਰਮੁਖੋ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲਈਏ। ਜਿਸ ਤਰ੍ਹਾਂ ਉਹਨਾਂ ਦਸਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਜਿਹੜੀ ਸਿੱਖੀ ਕਮਾਈ ਹੈ ਨਾ, ਉਸੇ ਤਰ੍ਹਾਂ ਕਿਨਕਾ ਕੋ ਮਾਤਰ ਸਾਡੇ ਜੀਵਨ ਦੇ ਵਿੱਚ ਵੀ ਬਚਨ ਵਸਣ। ਸਭ ਤੋਂ ਵੱਡੀ ਸ਼ਰਧਾਂਜਲੀ, ਸਭ ਤੋਂ ਵੱਡਾ ਜੇਕਰ ਗੁਰੂ ਦੇ ਚਰਨਾਂ ਦੇ ਵਿੱਚ ਕੋਈ ਸੇਵਾ ਕਰਨੀ ਹੈ ਜਾਂ ਖੁਸ਼ ਕਰਨਾ ਹੈ ਨਾ, ਉਹ ਹੈ ਗੁਰੂ ਕੇ ਬਚਨਾਂ ਨੂੰ ਮੰਨਣਾ, ਗੁਰੂ ਦੇ ਹੁਕਮ ਦੇ ਵਿੱਚ ਚੱਲਣਾ। ਇਹ ਵੀ ਇੱਕ ਤਰ੍ਹਾਂ ਦੀ ਕਹਿ ਲਓ ਕਿ ਤੁਸੀਂ ਕਈ ਤਰ੍ਹਾਂ ਦੀਆਂ ਭੇਟਾਵਾਂ ਲਿਆ ਕੇ ਰੱਖਦੇ ਹੋ, ਕੋਈ ਸੋਨੇ ਦੇ ਨਾਲ, ਕੋਈ ਪੈਸੇ ਦੇ ਨਾਲ, ਕੋਈ ਰਸਤ ਦੇ ਨਾਲ, ਕੋਈ ਵਸਤਰ ਲਿਆ ਕੇ ਅਰਪਿਤ ਕਰਦਾ ਹੈ, ਕੋਈ ਰੁਮਾਲੇ ਅਰਪਿਤ ਕਰਦਾ ਹੈ। ਇਹ ਵੀ ਗੁਰੂ ਨੂੰ ਖੁਸ਼ ਕਰ ਰਹੇ ਆਪਾਂ। ਅਤੇ ਸਭ ਤੋਂ ਸੋਹਣਾ ਤਰੀਕਾ ਗੁਰੂ ਨੂੰ ਖੁਸ਼ ਕਰਨ ਦਾ ਹੈ ਗੁਰੂ ਦੇ ਬਚਨਾਂ ਨੂੰ ਮੰਨਣਾ, ਗੁਰੂ ਦੇ ਹੁਕਮ ਨੂੰ ਮੰਨਣਾ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਸੀ, ਕਹਿਣ ਲੱਗੇ ਭਾਈ ਮਰਦਾਨਾ ਜੀ, ਇੱਕ ਤਾਂ ਟੋਪੀ ਪਾਉਣੀ ਛੱਡੋ, ਕੇਸ ਰੱਖੋ ਅਤੇ ਦਸਤਾਰ ਸਜਾਓ। ਦੂਸਰਾ ਬਚਨ ਸਤਿਗੁਰਾਂ ਨੇ ਕੀਤਾ, ਅੰਮ੍ਰਿਤ ਵੇਲੇ ਉੱਠ ਕੇ ਮਾਲਕ ਦੀ ਇਬਾਦਤ ਦੇ ਵਿੱਚ ਜੁੜਨਾ ਹੈ, ਬੰਦਗੀ ਕਰਨੀ ਹੈ। ਤੀਸਰਾ ਬਚਨ ਸੀਗਾ ਲੋੜਵੰਦ ਜਿੱਥੇ ਮਿਲੇ ਉਹਦੀ ਸਹਾਇਤਾ ਕਰਨੀ ਹੈ, ਲੋੜਵੰਦ ਦੀ। ਜੇ ਮਨੁੱਖ ਦੇ ਮਨ ਦੇ ਵਿੱਚ ਦਇਆ ਨਹੀਂ ਹੈ ਨਾ, ਸਿੱਖ ਦੇ ਮਨ ਦੇ ਵਿੱਚ ਦਇਆ ਨਹੀਂ ਹੈ, ਤੇ ਉਹ ਕਦੇ ਧਰਮੀ ਨਹੀਂ ਹੋ ਸਕਦਾ। ਧਰਮ ਦੀ ਮਾਂ ਹੈ ਦਇਆ, ਦਇਆ ਤੋਂ ਬਿਨਾਂ ਬੰਦਾ ਧਰਮੀ ਹੋ ਹੀ ਨਹੀਂ ਸਕਦਾ। ਜੇ ਸੁਭਾਅ ਦਿਆਲੂ ਨਹੀਂ ਹੈ ਨਾ, ਤੇ ਉਹ ਬੰਦਾ ਕਿਨਕਾ ਮਾਤਰ ਵੀ ਉਹਦੇ ਅੰਦਰ ਧਰਮ ਦੀ ਗੱਲ ਪੈ ਨਹੀਂ ਸਕਦੀ। ਮੁੱਢਲਾ ਸਭ ਤੋਂ ਪਹਿਲਾ ਕੰਮ ਹੀ ਦਇਆਲੂ ਸੁਭਾਅ ਹੋਣਾ ਹੈ, ਦਇਆ ਕਰਨੀ ਹੈ। ਕਿਸੇ ਲੋੜਵੰਦ ਨੂੰ ਦੇਖ ਕੇ, ਕਿਸੇ ਲੋੜਵੰਦ ਨੂੰ, ਕਿਸੇ ਫਸੇ ਹੋਏ ਨੂੰ, ਕਿਸੇ ਅੱਤ ਕਠਿਨਾਈ ਦੇ ਵਿੱਚ ਜਿਹੜਾ ਪਿਆ ਹੋਇਆ ਹੈ, ਜੇ ਉਹਨੂੰ ਦੇਖ ਕੇ ਮਨ ਨਹੀਂ ਨਾ ਦਰਵਦਾ, ਪੱਥਰ ਮਨ ਭਿੱਜਦਾ ਨਹੀਂ ਹੈ, ਸੁਭਾਅ ਬੰਦੇ ਦੇ ਅੰਦਰ ਦਇਆ ਪੈਦਾ ਨਹੀਂ ਹੋਈ, ਉਹਦਾ ਮਤਲਬ ਇਹ ਹੈ ਕਿ ਜੇ ਧਰਮ ਦੇ ਇੱਕ ਕਦਮ ਵੀ ਰਸਤੇ 'ਤੇ ਨਹੀਂ ਚੱਲਿਆ। ਰਹੋ ਵਿਚਾਰ। ਹੁਣ ਗਰੀਬ ਨਿਵਾਜ ਸਤਿਗੁਰਾਂ ਦਾ ਹੁਕਮ ਹੈ, 7ਵੇਂ ਪਾਤਸ਼ਾਹ ਜੀ ਦਾ, ਔਰ ਸਤਿਗੁਰਾਂ ਦੇ ਹੁਕਮ ਦੇ ਵਿੱਚ ਭਾਈ ਗੋਂਦਾ ਜੀ ਕਾਬਲ ਦੀ ਧਰਤੀ 'ਤੇ ਸੋਹਣੀ ਧਰਮਸ਼ਾਲਾ ਬਣਾਈ ਹੈ, ਅਤੇ ਜਿਹੜਾ ਵੀ ਲੋੜਵੰਦ ਆਉਂਦਾ ਹੈ, ਜਿਸ ਤਰ੍ਹਾਂ ਦਾ ਵੀ, ਉਹਦੀ ਲੋੜ ਪੂਰੀ ਕਰਦੇ ਹਨ ਭਾਈ ਗੋਂਦਾ ਜੀ। ਅਤੇ ਜਿਹੜਾ ਬਚਿਆ ਹੋਇਆ ਧਨ ਹੈ ਉਹ ਵਾਪਸ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਾ ਦਿੰਦੇ ਹਨ। ਔਰ ਗੁਰੂ ਕੇ ਚਰਨਾਂ ਦਾ ਬਹੁਤ ਵੱਡਾ ਪ੍ਰੇਮੀ ਹੈ ਮਾਤਾ। ਇੱਕ ਸ਼ਬਦ ਗੁਰਬਾਣੀ ਦੇ ਵਿੱਚ ਵੀ ਅਤੇ ਇਤਿਹਾਸ ਦੇ ਵਿੱਚ ਵੀ ਮਾਤਾ ਆਉਂਦਾ ਹੈ, ਪੋਲਾ ਜਿਹਾ ਬੋਲਣਾ, ਇਹ ਮਾਤਾ ਭਾਵੇਂ ਕਿ ਮਸਤ ਹੈ ਗੁਰੂ ਕਾ ਪਿਆਰਾ, ਰੰਗਿਆ ਹੋਇਆ ਰੰਗ ਦੇ ਵਿੱਚ। ਸਤਿਗੁਰ ਪ੍ਰੇਮ ਕਰੇ ਨਿਤ ਮਾਤਾ, ਗੁਰੂ ਕੇ ਪ੍ਰੇਮ ਦੇ ਵਿੱਚ ਨਿਤ ਮਸਤ ਹੈ, ਚਰਨਾਂ ਦਾ ਧਿਆਨ ਰੱਖਦਾ ਹੈ, ਦਿਨ ਰਾਤ ਗੁਰੂ ਗੁਰੂ ਜਪਦਾ ਹੈ। ਸਤਨਾਮ ਸਿਮਰਤ ਸੁਖ ਦਾਤਾ, ਔਰ ਸੱਚਾ ਨਾਮ ਗੁਰੂ ਦਾ ਜਪ ਮਨ, ਸਤਨਾਮ ਸਦਾ ਸਤਨਾਮ, ਗੁਰਬਾਣੀ ਦਾ ਵਚਨ ਹੈ। ਸੱਚਾ ਜਿਹੜਾ ਪਰਮੇਸ਼ਰ ਦਾ ਨਾਮ ਹੈ, ਦਿਨ ਰਾਤ ਬੰਦਗੀ ਦੇ ਵਿੱਚ, ਸਿਮਰਨ ਦੇ ਵਿੱਚ ਲੀਨ ਰਹਿਣ ਵਾਲਾ ਇਹ ਗੁਰੂ ਕਾ ਸਿੱਖ ਹੈ। ਔਰ ਦਿਨ ਰਾਤ ਗੁਰੂ ਕੇ ਚਰਨਾਂ ਦਾ ਧਿਆਨ ਧਾਰੀ ਰੱਖਦਾ ਹੈ। ਔਰ ਲੰਮਾ ਸਮਾਂ ਇਸ ਤਰ੍ਹਾਂ ਸਿਮਰਨ ਦੇ ਵਿੱਚ ਬੈਠਦਾ ਹੈ ਅਤੇ ਵਾਹਿਗੁਰੂ ਦਾ ਜਾਪ ਕਰਦਾ ਰਹਿੰਦਾ ਹੈ ਅਤੇ ਆਤਮਿਕ ਆਨੰਦ ਪ੍ਰਾਪਤ ਕਰਦਾ ਰਹਿੰਦਾ ਹੈ। ਇਹ ਗੁਰੂ ਕਾ ਸਿੱਖ, ਅੱਤ ਦਾ ਸ਼ਰਧਾਲੂ ਔਰ ਵੱਡੀ ਨਿਮਰਤਾ ਰੱਖਣ ਵਾਲਾ ਅਤੇ ਦਿਨ ਰਾਤ ਸਿਮਰਨ ਕਰਨ ਵਾਲਾ ਹੈ। ਔਰ ਸਤਿਗੁਰਾਂ ਨੇ ਵੀ ਉਹਦੀ ਜਿਹੜੀ ਭਗਤੀ ਹੈ ਬਹੁਤ ਵੱਡੀ ਜਾਣੀ ਹੈ। ਜੀਵਨ ਬਹੁਤ ਵੱਡਾ ਹੈ, ਬੜਾ ਸੁੰਦਰ ਹੈ, ਬਹੁਤ ਗੁਣਾਂ ਵਾਲਾ ਜੀਵਨ ਹੈ। ਆਪਾਂ ਕਈ ਵਾਰੀ ਬਚਨ ਸਾਂਝਾ ਕਰਦੇ ਹਾਂ
ਕਿ ਭਾਈ ਗੁਰੂ ਕਾ ਸਿੱਖ ਵੱਡਾ ਇਸ ਤਰ੍ਹਾਂ ਨਹੀਂ ਹੁੰਦਾ ਕਿ ਇਕੱਲਾ ਘਰ ਵੱਡਾ ਬਣਾ ਲਿਆ, ਚਵਾਰੇ ਵੱਡੇ ਬਣਾ ਲਏ, ਜਾਂ ਵਸਤਰ ਸੋਹਣੇ ਪਾ ਲਏ, ਸੋਨਾ ਚਾਂਦੀ ਪਾ ਲਿਆ, ਇਸ ਤਰ੍ਹਾਂ ਵੱਡਾ ਨਹੀਂ ਹੁੰਦਾ। ਬੰਦਾ ਵੱਡਾ ਸੁਭਾਅ ਬਣਾ ਕੇ, ਵੱਡੇ ਵੱਡੇ ਚੰਗੇ ਗੁਣ ਧਾਰਨ ਕਰਕੇ, ਜੀਵਨ ਉੱਚਾ ਸੁੱਚਾ ਬਣਾ ਕਰਕੇ ਵੱਡਾ ਹੁੰਦਾ ਹੈ। ਕਹਿਣ ਲੱਗੇ ਕਿ ਇਹਦੇ ਅੰਦਰ ਵੱਡੇ ਗੁਣ ਹਨ ਭਾਈ ਗੋਂਦਾ ਜੀ ਦੇ ਅੰਦਰ, ਤੇ ਗੁਰੂ ਕਾ ਸਿੱਖ ਗੁਣਾ ਕਰਕੇ ਵੱਡਾ ਹੋਵੇ, ਇਮਾਨਦਾਰੀ ਕਰਕੇ ਵੱਡਾ ਹੋਵੇ, ਸੱਚਾਈ ਕਰਕੇ ਵੱਡਾ ਹੋਵੇ, ਇਹ ਗੁਣ ਇਹਦੇ ਅੰਦਰ ਹੋਵੇ ਤਾਂ ਸਿੱਖ ਵੱਡਾ ਹੈ। ਹੁਣ ਦੇਖੋ, ਪ੍ਰੇਮ ਭਗਤ ਤਿਸ ਕੇ ਵੱਡ ਜਾਣੀ, ਸਤਿਗੁਰਾਂ ਨੇ ਵੀ ਜਾਣਿਆ ਬਹੁਤ ਵੱਡਾ ਪ੍ਰੇਮ ਹੈ, ਬੇਅੰਤ ਗੁਣ ਹਨ, ਔਰ ਸਾਡਾ ਪਿਆਰਾ ਬਹੁਤ ਚੰਗਾ ਤੇ ਵੱਡਾ ਸ਼ਰਧਾਲੂ ਸਿੱਖ ਹੈ। ਸਤਿਗੁਰ ਕੇ ਮਨ ਮਹਿ ਭਾਣੀ, ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਮਨ ਨੂੰ ਇਹ ਗੁਰੂ ਕਾ ਸਿੱਖ ਬੜਾ ਪਿਆਰਾ ਲੱਗਦਾ, ਬੜਾ ਚੰਗਾ ਲੱਗਦਾ ਹੈ। ਸਭਾ ਮਾਹਿ ਸ੍ਰੀ ਬਦਨ ਬਖਾਣੀ, ਔਰ ਸਭਾ ਦੇ ਵਿੱਚ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿਰਾਏ ਸਾਹਿਬ ਜੀ ਸਭਾ ਮਹਿ ਸ਼੍ਰੀ ਬਦਨ ਬਖਾਣੀ, ਸਤਿਗੁਰੂ ਜੀ ਕਈ ਵਾਰੀ ਸਭਾ ਦੇ ਵਿੱਚ ਬੈਠੇ ਹਨ। ਭਾਵੇਂ ਭਾਈ ਗੋਂਦਾ ਜੀ ਬੜੀ ਦੂਰ ਜਾ ਚੁੱਕੇ ਹਨ, ਸਤਿਗੁਰੂ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਹਨ, ਤੇ ਭਾਈ ਗੋਂਦਾ ਜੀ ਨੂੰ ਹੁਕਮ ਕੀਤਾ ਹੈ ਤੇ ਉਹ ਕਾਬਲ ਵਾਲੇ ਪਾਸੇ ਗਏ ਹੋਏ ਹਨ, ਪਰ ਸਿੱਖ ਦਾ ਧਿਆਨ ਗੁਰੂ ਦੇ ਚਰਨਾਂ ਦੇ ਵਿੱਚ ਹੈ ਤੇ ਗੁਰੂ ਦਾ ਧਿਆਨ ਆਪਣੇ ਸਿੱਖ ਦੇ ਵਿੱਚ ਹੈ। ਦੇਖੋ, ਇਹ ਮਨ ਦੀ ਉਡਾਰੀ ਹੈ, ਇਹ ਆਤਮਿਕ ਧਿਆਨ ਦੀ ਗੱਲ ਹੈ। ਖਿਆਲ ਕਰਨਾ, ਕਈ ਵਾਰ ਬੰਦਾ ਸਰੀਰ ਕਰਕੇ ਭਾਵੇਂ ਗੁਰਦੁਆਰੇ ਦੇ ਵਿੱਚ ਬੈਠਾ ਹੋਵੇ, ਮਨ ਕਰਕੇ ਬੜੀ ਦੂਰ ਹੁੰਦਾ ਹੈ, ਮਨ ਕਰਕੇ ਉਹ ਇੱਕ ਖਿੰਨ ਵੀ ਗੁਰਦੁਆਰੇ ਨਹੀਂ ਆਉਂਦਾ। ਸਰੀਰ ਕਰਕੇ ਬੰਦਾ ਆ ਜਾਂਦਾ ਹੈ, ਮਨ ਕਰਕੇ ਨਹੀਂ ਆਉਂਦਾ। ਤੇ ਕਈ ਵਾਰ ਐਸਾ ਹੁੰਦਾ ਹੈ, ਸਰੀਰ ਕਰਕੇ ਭਾਵੇਂ ਉਹ ਨਾ ਪਹੁੰਚੇ ਪਰ ਮਨ ਉਹਦਾ ਇੱਥੇ ਹੁੰਦਾ ਹੈ, ਮਨ ਕਰਕੇ ਉਹ ਹਾਜ਼ਰੀ ਲਵਾ ਹੀ ਲੈਂਦਾ। ਐਸਾ ਵੀ ਹੁੰਦਾ ਹੈ, ਐਸੀਆਂ ਵੀ ਖੇਡਾਂ ਵਾਪਰਦੀਆਂ ਹਨ। ਤਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਦੇਖੋ ਸੁਲਤਾਨਪੁਰ ਸਾਹਿਬ ਦੀ ਧਰਤੀ 'ਤੇ ਉਹਨਾਂ ਕਾਜ਼ੀਆਂ ਨੂੰ ਇਹ ਗੱਲ ਆਖੀ ਸੀਗੀ ਨਾ, ਇਹ ਕਾਜ਼ੀਓ, ਕਿਹਦੇ ਨਾਲ ਅਸੀਂ ਨਵਾਜ਼ ਪੜ੍ਹਦੇ, ਕੋਈ ਇੱਥੇ ਹੈ ਹੀ ਨਹੀਂ ਸੀਗਾ। ਸਾਰੇ ਹੈਰਾਨ ਰਹਿ ਗਏ। ਕਮਾਲ ਹੈ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਇਹ ਕੈਸੀਆਂ ਗੱਲਾਂ ਕਰਦੇ ਹੋ? ਆਹ ਨਵਾਬ, ਆਹ ਕਾਜ਼ੀ ਸਾਰੇ ਤਾਂ ਤੁਹਾਡੇ ਕੋਲ ਸਨ। ਸਤਿਗੁਰਾਂ ਨੇ ਆਖਿਆ ਨਹੀਂ ਸਨ, ਇਹਨਾਂ ਦੇ ਸਰੀਰ ਇੱਥੇ ਸਨ, ਇਹਨਾਂ ਦੀ ਸੁਰਤੀ ਇੱਥੇ ਨਹੀਂ, ਬਿਰਤੀ ਇੱਥੇ ਨਹੀਂ, ਇਹਨਾਂ ਦਾ ਧਿਆਨ ਕਿਧਰੇ ਹੋਰ ਸੀਗਾ। ਇਸ ਕਰਕੇ ਨਾ ਤਾਂ ਇਹਨਾਂ ਦੀ ਹਾਜ਼ਰੀ ਲੱਗੀ, ਨਾ ਅਸੀਂ ਫਿਰ ਇਹਨਾਂ ਦੇ ਨਾਲ ਰਲ ਕੇ ਬੋਲੇ। ਕਿਹਦੇ ਨਾਲ ਬੋਲਦੇ? ਇਕੱਲੇ ਸਰੀਰ ਦੀ ਹਾਜ਼ਰੀ, ਪਰਮਾਤਮਾ ਦੇ ਘਰ ਦੇ ਵਿੱਚ ਹਾਜ਼ਰੀ ਨਹੀਂ। ਮਨ ਟਿਕੇ ਤਾਂ ਹਾਜ਼ਰੀ ਹੈ, ਮਨ ਇੱਥੇ ਹੋਵੇ, ਸਤ ਰਹੋ ਵਿਚਾਰ। ਹੁਣ ਇਹ ਜਿਹੜਾ ਭਾਈ ਗੋਂਦਾ ਹੈ, ਮਨ ਕਰਕੇ ਇਹ ਕੀਰਤਪੁਰ ਸਾਹਿਬ ਦੀ ਧਰਤੀ 'ਤੇ 7ਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹੈ। ਤੇ ਕਈ ਵਾਰ ਸਤਿਗੁਰੂ ਜੀ 7ਵੇਂ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਸੰਗਤਾਂ ਦੇ ਵਿੱਚ ਬੈਠ ਕੇ ਕਹਿਣ ਲੱਗੇ, ਸਭਾ ਮਹਿ ਸ਼੍ਰੀ ਬਦਨ ਬਖਾਣੀ। 7ਵੇਂ ਪਾਤਸ਼ਾਹ ਜੀ ਸਭਾ ਦੇ ਵਿੱਚ ਬੈਠ ਕੇ ਕਈ ਵਾਰ ਭਾਈ ਗੋਂਦੇ ਜੀ ਦੀ ਗੱਲ ਕਰਦੇ ਹਨ। ਇਹ ਭਾਈ ਗੋਂਦਾ ਜਿਹੜਾ ਹੈ ਨਾ, ਬਾਕੀ ਸੰਗਤਾਂ ਨੂੰ ਆਖਦੇ ਹਨ ਕਿ ਭਾਈ ਗੋਂਦੇ ਦੇ ਮਨ ਦੇ ਵਿੱਚ ਤਾਂ ਬਹੁਤ ਪ੍ਰੇਮ ਹੈ, ਬਹੁਤ ਗਹਿਰਾ ਧਿਆਨ ਹੈ, ਬਹੁਤ ਵੱਡੀ ਸੇਵਾ ਹੈ, ਬੜੀ ਭਾਵਨਾ ਵਾਲਾ ਸਿੱਖ ਹੈ। ਸਭਾ ਮਹਿ ਸ਼੍ਰੀ ਬਦਨ ਬਖਾਣੀ, ਗੋਂਦਾ ਸੇਵਤ ਪ੍ਰੀਤ ਮਹਾਣੀ। ਗੋਂਦਾ ਜਿਹੜਾ ਹੈ ਨਾ, ਬੜੇ ਪਿਆਰ ਦੇ ਨਾਲ, ਭਾਵਨਾ ਦੇ ਨਾਲ ਕਾਬਲ ਦੀ ਧਰਤੀ 'ਤੇ ਸੇਵਾ ਕਰ ਰਿਹਾ ਹੈ। ਔਰ ਦਿਨ ਪ੍ਰਤ ਸਾਰਾ ਸਮਾਂ ਕਹਿਣ ਲੱਗੇ ਕਿ ਭਾਈ ਉਹਦਾ ਧਿਆਨ ਇੱਥੇ ਰਹਿੰਦਾ ਹੈ, ਉਹਦਾ ਧਿਆਨ ਪਰਮਾਤਮਾ ਦੇ ਵਿੱਚ ਹੈ, ਅਕਾਲ ਪੁਰਖ ਦੀ ਬੰਦਗੀ ਦੇ ਵਿੱਚ ਉਹਦੀ ਸੁਰਤੀ ਜੁੜੀ ਰਹਿੰਦੀ ਹੈ। ਔਰ ਅੰਗ ਅੰਗ ਦੇ ਵਿੱਚ ਉਹਦੇ ਪ੍ਰੇਮ ਹੈ, ਸਿਮਰਨ ਹੈ, ਬੰਦਗੀ ਹੈ, ਔਰ ਗੁਰੂ ਦੀ ਮੂਰਤ ਵਸਾਈ ਰੱਖਦਾ ਹੈ। ਤੇ ਸਾਰੇ ਦਿਨ ਸਾਰਾ ਸਮਾਂ ਬੜੇ ਨੇਮ ਦੇ ਨਾਲ, ਬੜੇ ਪਿਆਰ ਦੇ ਨਾਲ ਸੇਵਾ ਕਰਦਾ ਹੈ। ਨੇਮ ਕਰਤ ਸੋ ਜੇ ਤੱਕ ਸਮੇਂ ਕੋ। ਕਹਿਣ ਲੱਗੇ ਨੇਮ ਉਹਨੇ ਇੱਥੇ ਰਹਿ ਕਰਕੇ ਵੀ ਅੰਮ੍ਰਿਤ ਵੇਲੇ ਦਾ ਬੜੇ ਪਿਆਰ ਦੇ ਨਾਲ ਨਿਭਾਇਆ, ਵੱਡੀ ਸੇਵਾ ਕੀਤੀ ਹੈ। ਤੇ ਸਾਡੇ ਤੋਂ ਭਾਵੇਂ ਦੂਰ ਚਲਿਆ ਗਿਆ ਹੈ, ਉੱਥੇ ਵੀ ਉਸੇ ਨੇਮ ਦੇ ਨਾਲ ਹਾਜ਼ਰ ਨਾਜ਼ਰ ਸਮਝ ਕੇ ਤੇ ਉਹ ਸੇਵਾ ਕਰ ਰਿਹਾ, ਸਿਮਰਨ ਕਰ ਰਿਹਾ ਹੈ।
ਉਹਦੀ ਪ੍ਰੀਤ ਦੇ ਵਿੱਚ, ਲਗਨ ਦੇ ਵਿੱਚ ਕੋਈ ਫਰਕ ਨਹੀਂ ਆਇਆ। ਸਾਡੇ ਫਰਕ ਹੁੰਦਾ ਹੈ ਨਾ, ਜਦੋਂ ਤਾਂ ਕੋਈ ਚਾਰ ਦੇਖ ਰਹੇ ਹੋਣ ਉਦੋਂ ਹੋਰ ਤਰ੍ਹਾਂ ਦਾ ਜੀਵਨ ਹੈ, ਅਤੇ ਬਾਕੀ ਸਾਡਾ ਜੀਵਨ ਕਦੇ ਵੱਖਰਾ ਹੁੰਦਾ ਹੈ। ਪਰ ਭਾਈ ਗੋਂਦਾ ਜੀ ਹਮੇਸ਼ਾ ਗੁਰੂ ਨੂੰ ਯਾਦ ਰੱਖਦਾ ਹੈ, ਜਿੱਥੇ ਵੀ ਰਹਿੰਦਾ ਹੈ ਗੁਰੂ ਮੇਰੇ ਨਾਲ ਹੈ। ਜਿਸ ਤਰ੍ਹਾਂ ਅਸੀਂ ਬਚਨ ਪੜ੍ਹਦੇ ਹਾਂ ਨਾ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ, ਦੁਕਾਲੰਗ ਪ੍ਰਨਾਸੀ ਦਇਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਸਦਾ ਅੰਗ ਸੰਗੇ, ਪਰਮੇਸ਼ਰ ਨਾਲ ਹੈ। ਇਸੇ ਤਰ੍ਹਾਂ ਭਾਈ ਗੋਂਦਾ ਜੀ ਦੀ ਅਵਸਥਾ ਹੈ। ਧਿਆਨ ਗੁਰ ਚਰਨਨ ਮੈਂ ਕੋ, ਤੇ ਕਹਿਣ ਲੱਗੇ ਦਿਨ ਰਾਤ ਚਰਨਾਂ ਦਾ ਧਿਆਨ ਭਾਈ ਗੋਂਦਾ ਜੀ ਧਾਰਨ ਕਰਕੇ ਰੱਖਦੇ ਹਨ। ਇੱਕ ਦਿਨ ਗੋਂਦੇ ਮੱਜਨ ਠਾਨਾ, ਔਰ ਇੱਕ ਦਿਨ ਅੰਮ੍ਰਿਤ ਵੇਲੇ ਉੱਠ ਕੇ ਭਾਈ ਗੋਂਦਾ ਜੀ ਨੇ ਕਾਬਲ ਦੀ ਧਰਤੀ ਤੇ ਨਿਤ ਦੀ ਮਰਿਆਦਾ ਦੇ ਅਨੁਸਾਰ ਸੁਬਾਹ ਜਾਗੇ ਹਨ, ਇਸ਼ਨਾਨ ਕੀਤਾ ਹੈ। ਪ੍ਰਥਮੈ ਸ੍ਰੀ ਜਪ ਪਾਠ ਬਖਾਨਾ, ਔਰ ਪਹਿਲਾ ਸਹਿ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਦੀ ਅੰਮ੍ਰਿਤ ਬਾਣੀ ਦਾ ਜਾਪ ਕੀਤਾ। ਸ੍ਰੀ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਸੋ ਦਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ। ਭਾਈ ਗੁਰਦਾਸ ਜੀ ਦਾ ਵੀ ਬਚਨ ਹੈ ਕਿ ਕਰਤਾਰਪੁਰ ਸਾਹਿਬ ਦੀ ਨਗਰੀ ਤੇ ਗੁਰੂ ਨਾਨਕ ਦੇਵ ਜੀ ਦਾ ਅਖੀਰ ਵਾਲੇ ਸਮੇਂ ਰਹਿ ਰਹੇ ਸਨ, ਉਦੋਂ ਹੀ ਇਹ ਮਰਿਆਦਾ ਬਣ ਗਈ ਸੀਗੀ। ਸਿੱਖ ਅੰਮ੍ਰਿਤ ਵੇਲੇ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ, ਸ਼ਾਮ ਦੇ ਵੇਲੇ ਰਹਿ ਰਾਸ ਤੇ ਆਰਤੀ ਸ਼ਬਦ ਦੇ ਗਾਇਨ, ਇਹ ਐਸੀ ਜਿਹੜੀ ਮਰਿਆਦਾ ਬਣ ਗਈ ਸੀਗੀ। ਇਸੇ ਤਰ੍ਹਾਂ ਭਾਈ ਗੋਂਦਾ ਜੀ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ ਦੇ ਬਚਨਾਂ ਦੇ ਮੁਤਾਬਕ ਅੰਮ੍ਰਿਤ ਵੇਲੇ ਉੱਠਦੇ ਹਨ, ਇਸ਼ਨਾਨ ਕਰਦੇ ਹਨ। ਸਤਿਗੁਰ ਕੋ ਲਾਇਓ ਧਿਆਨਾ, ਔਰ ਬਾਅਦ ਵਿੱਚ ਭਾਈ ਗੋਂਦਾ ਜੀ ਨੇ ਧਿਆਨ ਜੋੜ ਲਿਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਬੜਿਓ ਆਨੰਦ ਪ੍ਰੀਤੀ ਠਹਿਰਾਨਾ, ਔਰ ਬੜਾ ਅੱਜ ਭਾਈ ਗੋਂਦਾ ਜੀ ਨੂੰ ਆਨੰਦ ਬਣ ਗਿਆ। ਐਸੀ ਭਾਈ ਗੋਂਦਾ ਜੀ ਦੀ ਬਿਰਤੀ, ਭਾਵੇਂ ਭਾਈ ਗੋਂਦਾ ਜੀ ਕੀਰਤਪੁਰ ਸਾਹਿਬ ਜੀ ਦੀ ਕਾਬਲ ਦੀ ਧਰਤੀ ਤੇ ਹਨ, ਪਰ ਇੰਝ ਲੱਗਦਾ ਹੈ ਕਿ ਜਿਵੇਂ ਸਤਿਗੁਰਾਂ ਦੇ ਬਿਲਕੁਲ ਚਰਨਾਂ ਦੇ ਵਿੱਚ ਬੈਠੇ ਹੋਣ। ਜਿਸ ਤਰ੍ਹਾਂ ਪਹਿਲਾਂ ਸੇਵਾ ਕਰਦੇ ਸਨ ਨਾ, ਕਦੇ ਗੁਰੂ ਕੇ ਚਰਨਾਂ ਦੇ ਵਿੱਚ ਸੀਸ ਰੱਖਦੇ ਸਨ ਅਤੇ ਸਤਿਗੁਰਾਂ ਦੇ ਚਰਨਾਂ ਨੂੰ ਕਈ ਵਾਰੀ ਪ੍ਰੇਮ ਦੇ ਨਾਲ ਪਕੜ ਲੈਂਦੇ ਸਨ। ਅਤੇ ਇਸੇ ਤਰ੍ਹਾਂ ਕਈ ਵਾਰੀ ਸਤਿਗੁਰਾਂ ਦੇ ਸਿੱਖ ਜਿਹੜੇ ਸਨ ਉਹ ਗੁਰੂ ਕੇ ਚਰਨਾਂ ਦੀ ਸੇਵਾ ਕਰਦੇ ਸਨ, ਕਈ ਵਾਰੀ ਦਬਾਉਣ ਦੀ ਸੇਵਾ ਕਰਦੇ ਸਨ, ਬੇਅੰਤ ਤਰ੍ਹਾਂ ਦੀ ਸੇਵਾ। ਕਹਿਣ ਲੱਗੇ ਕਿ ਭਾਈ ਗੋਂਦਾ ਜੀ ਨੇ ਧਿਆਨ, ਕਹਿਣ ਲੱਗੇ ਬੜਿਓ ਆਨੰਦ ਬ੍ਰਿਤੀ ਠਹਿਰਾਨਾ, ਬੜੇ ਆਨੰਦ ਨਾਲ ਜਿਹੜਾ ਧਿਆਨ ਹੈ, ਬਿਰਤੀ ਹੈ, ਗੁਰੂ ਕੇ ਚਰਨਾਂ ਦੇ ਨਾਲ ਜੋੜੀ ਹੈ। ਧਿਆਨ ਵਿਖੇ ਗੁਰ ਕੇ ਨਿਜ ਹਾਥ, ਔਰ ਧਿਆਨ ਦੇ ਨਾਲ ਜਿਹੜੇ ਸਤਿਗੁਰਾਂ ਦੇ ਚਰਨ ਸਨ ਨਾ, ਉਹ ਆਪਣੇ ਹੱਥਾਂ ਦੇ ਨਾਲ ਇੰਝ, ਜਿਸ ਤਰ੍ਹਾਂ ਪਹਿਲਾਂ ਕਦੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਰਹਿ ਕਰਕੇ ਸਤਿਗੁਰਾਂ ਦੇ ਚਰਨਾਂ ਨੂੰ ਪਕੜ ਲੈਂਦੇ ਸਨ, ਸੀਸ ਰੱਖਦੇ ਸਨ, ਉਸੇ ਤਰ੍ਹਾਂ ਮਨ ਦੀ ਉਡਾਰੀ ਦੇ ਨਾਲ, ਧਿਆਨ ਦੀ ਬਿਰਤੀ ਦੇ ਨਾਲ ਗੁਰੂ ਕੇ ਚਰਨ ਪਕੜੇ ਹਨ। ਔਰ ਲੰਬਾ ਸਮਾਂ ਸੁਰਤੀ ਦੇ ਕਰਕੇ ਗਰੀਬਨ ਨਿਵਾਜ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜੇ ਰਹੇ ਹਨ। ਤੇ ਕਹਿਣ ਲੱਗੇ ਇਸ ਆਨੰਦ ਦੇ ਵਿੱਚ ਲੰਮਾ ਸਮਾਂ ਜਿਹੜਾ ਹੈ ਭਾਈ ਗੋਂਦਾ ਜੀ ਦਾ ਬਤੀਤ ਹੋਇਆ ਹੈ। ਔਰ ਜਿਹੜਾ ਧਿਆਨ ਹੈ, ਸੁਰਤੀ ਹੈ, ਨਿਰਵਿਕਲਪ ਹੋ ਗਈ, ਸਾਰੇ ਫੁਰਨੇ ਮਿਟ ਗਏ, ਸਾਰੀਆਂ ਕਰਮ ਇੰਦਰੀਆਂ ਟਿਕ ਗਈਆਂ ਤੇ ਸਿੱਧਾ ਧਿਆਨ ਗੁਰੂ ਕੇ ਚਰਨਾਂ ਦੇ ਨਾਲ ਜੋੜਿਆ। ਟਿਕ ਗਿਆ ਗੁਰੂ ਕਾ ਸਿੱਖ, ਧਿਆਨ ਕਰਕੇ ਸਹਿ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਦੇ ਚਰਨਾਂ ਦੇ ਨਾਲ ਜੁੜਿਆ, ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨ ਪਕੜੇ ਹਨ। ਇੱਧਰ ਭਾਈ ਗੋਂਦਾ ਜੀ ਨੇ ਧਿਆਨ ਕਰਕੇ ਸਹਿ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰੀ ਹੈ। ਉੱਧਰ ਫਿਰ ਅਗਲਾ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ ਕਿ ਜਿਵੇਂ ਪਾਤਸ਼ਾਹ ਜੀ ਅੱਜ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਆਪਣੇ ਆਸਣ 'ਤੇ ਬੈਠੇ ਹੋਏ ਹਨ ਅਤੇ ਉੱਠ ਨਹੀਂ ਰਹੇ। ਸੰਗਤ ਪੁੱਛਦੀ ਹੈ, ਪਾਤਸ਼ਾਹ ਲੰਮਾ ਸਮਾਂ ਹੋ ਗਿਆ ਬੈਠਿਆਂ ਨੂੰ, ਅਤੇ ਗਰੀਬ ਨਿਵਾਜ ਆਖਦੇ ਹਨ ਮੇਰੇ ਪਿਆਰੇ ਸਿੱਖ ਨੇ
ਮਨ ਕਰਕੇ ਧਿਆਨ ਟਿਕਾਇਆ ਹੋਇਆ, ਇਸ ਕਰਕੇ ਮੈਂ ਕਿਵੇਂ ਉੱਠਾਂ। ਇਹ ਜਿਹੜਾ ਇਤਿਹਾਸ ਹੈ ਨਾ, ਇਹ ਭਾਵਨਾ ਵਾਲੇ ਬਿਰਤੀ ਰੱਖ ਕੇ ਤਾਂ ਸਮਝ ਦੇ ਵਿੱਚ ਪਏਗਾ। ਇਹ ਜਿਹੜੀ ਖੇਡ ਹੈ ਬੜੀ ਵੱਡੀ ਹੈ। ਰਹੋ ਵਿਚਾਰ। ਅਗਲਾ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਆਰੰਭ ਦੇ ਵਿੱਚ ਦਾਸ ਬਚਨ ਕਰ ਰਿਹਾ ਸੀਗਾ ਕਿ ਕੁਝ ਦਿਨ ਪਹਿਲਾਂ ਸਰਾਧਾਂ ਦੇ ਜਿਹੜੇ ਦਿਨ ਉਹ ਲੰਘੇ ਸਨ, ਔਰ ਸਾਡੇ ਖਿਆਲਾਂ ਦੇ ਵਿੱਚ ਪੁਰਾਣੇ ਜਿਸ ਤਰ੍ਹਾਂ ਦਾ ਪਹਿਲਾ ਜੀਵਨ ਸੀਗਾ, ਪਹਿਲੀ ਧਾਰਮਿਕ ਵਿਚਾਰਧਾਰਾ ਸੀ, ਜਾਂ ਜਿਸ ਤਰ੍ਹਾਂ ਹੁੰਦਾ ਸੀਗਾ, ਗੁਰੂ ਨਾਨਕ ਸਾਹਿਬ ਜੀ ਨੇ ਵੱਖਰਾ ਪੰਥ ਚਲਾਇਆ, ਇੱਕ ਨਵੀਂ ਵਿਚਾਰਧਾਰਾ ਬਖਸ਼ੀ ਹੈ। ਲੰਮਾ ਸਮਾਂ ਵੀ ਹੋ ਗਿਆ ਹੈ, ਪਰ ਤਾਂ ਵੀ ਅਸੀਂ ਜਿਹੜੇ ਵਹਿਮ ਭਰਮ ਭੁਲੇਖੇ ਹਨ ਉਹਨਾਂ ਦੇ ਵਿੱਚ ਅੱਜ ਵੀ ਬੁਰੀ ਤਰ੍ਹਾਂ ਗੁਰੂ ਕਾ ਸਿੱਖ ਵੀ ਫਸਿਆ ਹੋਇਆ ਹੈ। ਦਾਸ ਫਿਰ ਬਚਨ ਕਰੇ, ਗੁਰੂ ਕਾ ਸਿੱਖ ਵੀ ਉਹਨਾਂ ਵਹਿਮਾਂ ਭਰਮਾਂ ਦੇ ਵਿੱਚ ਅੱਜ ਫਸਿਆ ਹੋਇਆ ਹੈ। ਕਿਉਂਕਿ ਦਾਸ ਨੇ ਬੜੀ ਵਾਰ ਦੇਖਿਆ ਹੈ, 2 ਕੁ ਸਾਲ ਚੰਡੀਗੜ੍ਹ ਦੇ ਵਿੱਚ ਵੀ ਰਹਿ ਕਰਕੇ ਕਥਾ ਦੀ ਸੇਵਾ ਨਿਭਾਈ ਹੈ, ਤਕਰੀਬਨ 1.5 ਕੁ ਸਾਲ ਲੁਧਿਆਣੇ ਵੀ ਹਾਜ਼ਰੀ ਭਰੀ ਹੈ। ਅਸੀਂ ਦੇਖਦੇ ਸੀਗੇ, ਇੱਥੇ ਵੀ ਦੇਖਣ ਦੇ ਵਿੱਚ ਆਇਆ ਹੈ ਕਿ ਸਰਾਧਾਂ ਵਾਲੇ ਦਿਨ ਬੜੇ ਤਰ੍ਹਾਂ ਦੇ ਖਾਣੇ ਬਣਾ ਕੇ ਗੁਰੂ ਕੇ ਸਿੱਖ ਗੁਰੂ ਘਰ ਦੇ ਵਿੱਚ ਲੈ ਕੇ ਆ ਰਹੇ ਸਨ। ਉੱਧਰ ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ ਤਾਂ ਦਾਸ ਨੇ ਦੇਖਿਆ ਇੰਝ ਕਿ ਇੰਨਾ ਜ਼ਿਆਦਾ ਵੀ ਕਈ ਵਾਰੀ ਖਾਣਾ ਆ ਜਾਂਦਾ ਸੀ ਗੁਰੂ ਘਰ ਦੇ ਵਿੱਚ। ਵੱਖਰੇ ਵੱਖਰੇ ਘਰਾਂ ਦੇ ਵਿੱਚੋਂ ਡੱਬੇ ਬਣਾ ਕੇ ਕਈ ਤਰ੍ਹਾਂ ਦੇ ਪ੍ਰਸ਼ਾਦੇ, 3-3 4-4 ਤਰ੍ਹਾਂ ਦੇ ਪ੍ਰਸ਼ਾਦੇ, 4-4 ਤਰ੍ਹਾਂ ਦੀਆਂ ਸਬਜ਼ੀਆਂ ਨਾਲ ਮਿੱਠੀਆਂ, ਕਈ ਚੀਜ਼ਾਂ ਖੱਟੀਆਂ ਮਿੱਠੀਆਂ, ਕਿੰਨੀਆਂ ਬਣਾ ਕਰਕੇ ਸੰਗਤ ਲੈ ਕੇ ਆਉਂਦੀ ਸੀਗੀ। ਅਤੇ ਬਹੁਤ ਜ਼ਿਆਦਾ ਪਹੁੰਚਦਾ ਸੀਗਾ, ਬਹੁਤ ਜ਼ਿਆਦਾ। ਉਹ ਫਿਰ ਸਾਨੂੰ ਕਈ ਵਾਰੀ ਸੁੱਟਣਾ ਵੀ ਪੈਂਦਾ ਸੀਗਾ, ਕਿਉਂਕਿ ਜਿਤਨੇ ਕੋ 20-25 ਸੇਵਾਦਾਰ ਸਨ ਉਹ ਤਾਂ ਛਕ ਲੈਂਦੇ ਸਨ, ਅਤੇ ਵਧਿਆ ਤਾਂ ਫਿਰ ਸੁੱਟਣਾ ਹੀ ਪਏਗਾ, ਜਾਂ ਕਿਸੇ ਨੂੰ ਆਵਾਜ਼ ਮਾਰ ਕੇ ਅਸੀਂ ਛਕਾਉਂਦੇ ਸੀਗੇ। ਭਾਵ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸਿੱਖ ਵੀ ਜਿਹੜੇ ਹਨ ਗੁਰੂ ਘਰਾਂ ਦੇ ਵਿੱਚ ਇਹ ਸਰਾਧਾਂ ਦੇ ਦਿਨਾਂ ਦੇ ਵਿੱਚ ਖਾਣਾ ਬਣਾ ਕੇ ਅਸੀਂ ਲਿਆਉਂਦੇ ਹਾਂ। ਇਹ ਧਾਰਮਿਕ ਅਸਥਾਨਾਂ, ਦੂਜੇ ਧਰਮਾਂ ਦੇ ਧਾਰਮਿਕ ਅਸਥਾਨਾਂ 'ਤੇ ਤਾਂ ਵੱਡੀ ਗਿਣਤੀ ਦੇ ਵਿੱਚ ਇੰਝ ਕਹਿ ਲਓ ਢੇਰ ਲੱਗ ਜਾਂਦੇ ਹਨ, ਪਰ ਗੁਰੂ ਘਰਾਂ ਦੇ ਵਿੱਚ ਵੀ ਐਸਾ ਹੋ ਰਿਹਾ ਹੈ। ਹੁਣ ਇਹ ਜਿਹੜੇ ਸਰਾਧ ਹਨ, ਆਪਾਂ ਜੇ ਬਚਨ ਇਤਿਹਾਸ ਦੇ ਵਿੱਚੋਂ ਦੇਖੀਏ ਤੇ 4 ਤਰ੍ਹਾਂ ਦੇ ਸਰਾਧ ਸਾਨੂੰ ਮਿਲਦੇ ਹਨ। ਸਰਾਧ ਕੀਤੇ ਜਾਂਦੇ ਹਨ। ਪਹਿਲੀ ਗੱਲ, ਕੀਤੇ ਕਿਹਦੇ ਜਾਂਦੇ ਹਨ, ਇਹ ਧਿਆਨ ਦੇ ਨਾਲ ਬਚਨ ਸਰਵਣ ਕਰਿਓ। ਸਰਾਧ ਜਿਹੜੇ ਹਨ ਉਹ ਪਿੱਤਰਾਂ ਦੀ ਪੂਜਾ ਕੀਤੀ ਜਾਂਦੀ ਹੈ, ਪਿੱਤਰਾਂ ਵਾਸਤੇ ਦਾਨ ਕੀਤਾ ਜਾਂਦਾ ਹੈ, ਪਿੱਤਰਾਂ ਤੱਕ ਖਾਣਾ ਪਹੁੰਚਦਾ ਹੈ, ਇਹ ਮਾਨਤਾ ਹੈ। ਅਤੇ ਪਿੱਤਰ ਕਿਹੜੇ ਹਨ, ਪੁਰਸ਼ ਹੈ, ਬੰਦਾ ਪਿੱਤਰ ਹੈ। ਇਸਤਰੀ ਦਾ ਸ਼ਰਾਧ ਨਹੀਂ ਕੀਤਾ ਜਾਂਦਾ, ਬੰਦੇ ਦਾ ਸ਼ਰਾਧ ਕੀਤਾ ਜਾਂਦਾ ਹੈ। ਅਤੇ ਸ਼ਰਾਧ 3 ਪੀੜ੍ਹੀਆਂ ਦਾ ਕੀਤਾ ਜਾਂਦਾ, 3 ਪੀੜ੍ਹੀਆਂ ਦਾ, ਇੱਕ ਦਾਦੇ ਦਾ, ਇੱਕ ਪਿਤਾ ਦਾ, ਦਾਦੇ ਦਾ, ਪੜਦਾਦੇ ਦਾ, ਪਿਤਾ ਦਾ, ਦਾਦੇ ਦਾ, ਪੜਦਾਦੇ ਦਾ। ਇਸੇ ਤਰ੍ਹਾਂ ਦਾ ਸ਼ਰਾਧ ਕੀਤਾ ਜਾਂਦਾ ਹੈ। ਦੂਸਰੇ ਰੂਪ ਦੇ ਵਿੱਚ ਨਾਨੇ ਦਾ ਅਤੇ ਪੜਨਾਨੇ ਦਾ, ਅਤੇ ਉਸ ਤੋਂ ਗਾਂ ਉਹਦੇ ਪਿਤਾ ਦਾ। ਕਹਿਣ ਤੋਂ ਭਾਵ 3 ਪੀੜ੍ਹੀਆਂ ਨੂੰ ਪੂਜਿਆ ਜਾਂਦਾ ਹੈ, ਅਤੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਕੁਝ ਬਣਾ ਕਰਕੇ ਵੱਖਰੇ ਵੱਖਰੇ ਦਿਨਾਂ ਦੇ ਵਿੱਚ ਜਦੋਂ ਉਹ ਕੋਈ ਚੜ੍ਹਾਈ ਕਰ ਜਾਂਦਾ ਹੈ, ਪਿੱਤਰ ਚਲਿਆ ਜਾਂਦਾ ਹੈ ਸੰਸਾਰ ਦੇ ਵਿੱਚੋਂ, ਇਸਤਰੀ ਦਾ ਸ਼ਰਾਧ ਨਹੀਂ ਕੀਤਾ ਜਾਂਦਾ, ਮਰਦ ਦਾ, ਬੰਦੇ ਦਾ ਕੀਤਾ ਜਾਂਦਾ ਹੈ। ਦਾਸ ਪਹਿਲਾਂ ਇੱਥੇ ਬੇਨਤੀ ਕਰੇ ਕਿ ਦੇਖੋ ਇੱਥੇ ਬੜਾ ਵੱਡਾ ਵਿਤਕਰਾ ਹੈ, ਕਿਉਂਕਿ ਸਮਝਿਆ ਜਾਂਦਾ ਸੀ ਮੁਕਤ ਜਿਹੜਾ ਹੁੰਦਾ ਹੈ ਉਹ ਬੰਦਾ ਹੁੰਦਾ ਹੈ, ਇਸਤਰੀ ਨਹੀਂ ਹੁੰਦੀ। ਇਸਤਰੀ ਨੂੰ ਤਾਂ ਪੈਰ ਦੀ ਜੁੱਤੀ ਪੁਰਾਣੇ ਧਰਮਾਂ ਦੇ ਵਿੱਚ ਕਿਹਾ ਗਿਆ, ਸ਼ੂਦਰ ਦੀ ਤਰ੍ਹਾਂ ਕਿਹਾ ਗਿਆ। ਇਸਤਰੀ ਤਾਂ ਬੰਦੇ ਦੀ ਸੇਵਾ ਵਾਸਤੇ ਪਰਮੇਸ਼ਰ ਨੇ ਇੱਕ ਐਸ਼ੋ ਆਰਾਮ ਦਾ ਸਾਧਨ ਬਣਾਇਆ ਹੋਇਆ ਹੈ, ਇਸ ਤਰ੍ਹਾਂ ਕਿਹਾ ਗਿਆ। ਇਸਤਰੀ ਕਦੇ ਮੁਕਤ ਨਹੀਂ ਹੋ ਸਕਦੀ, ਇਸਤਰੀ ਧਾਰਮਿਕ ਅਸਥਾਨਾਂ 'ਤੇ ਨਹੀਂ ਜਾ ਸਕਦੀ, ਇਸਤਰੀ ਧਾਰਮਿਕ ਗ੍ਰੰਥ ਨਹੀਂ ਪੜ੍ਹ ਸਕਦੀ, ਇਸਤਰੀ ਦੀ ਸ਼ਰਾਧ ਦੀ ਵੀ ਕਰਨ ਦੀ ਕੋਈ ਲੋੜ ਨਹੀਂ ਹੈ। ਦਾਦੇ ਦਾ, ਪੜਦਾਦੇ ਦਾ, ਪਿਤਾ ਦਾ ਸ਼ਰਾਧ ਹੈ, ਨਾਨੇ ਦਾ, ਪੜਨਾਨੇ ਦਾ ਸ਼ਰਾਧ ਹੈ, ਪਰ ਮਾਤਾ ਦਾ, ਦਾਦੀ ਦਾ, ਪੜਦਾਦੀ ਦਾ ਸ਼ਰਾਧ ਕੋਈ ਨਹੀਂ ਹੈ। ਨਾਨੀ ਦਾ, ਪੜਨਾਨੀ ਦਾ ਸ਼ਰਾਧ ਕੋਈ ਨਹੀਂ ਹੈ। ਉਹਨਾਂ ਨੂੰ ਲੋੜ ਕੋਈ ਨਹੀਂ ਹੈ, ਉਹਨਾਂ ਦਾ ਜੀਵਨ ਥੋੜ੍ਹੀ ਸਫਲ, ਉਹਨਾਂ ਨੂੰ ਥੋੜ੍ਹਾ ਕਿਸੇ ਚੀਜ਼ ਦੀ ਲੋੜ ਹੈ। ਦੇਖੋ
ਇੱਕ ਤਾਂ ਇਹ ਵਿਤਕਰਾ ਹੈ। ਦੂਸਰਾ, ਜਿਹੜੇ ਪਿੱਤਰ ਜਾ ਚੁੱਕੇ ਹਨ, ਪੜਦਾਦਿਆਂ ਤੱਕ ਇਹ ਸਰਾਧ ਕੀਤੇ ਜਾਂਦੇ ਸਨ ਔਰ ਇਹ ਖਿਆਲ ਸੀਗਾ। ਅਤੇ ਜਦੋਂ ਕੋਈ ਘਰ ਦੇ ਵਿੱਚੋਂ ਜੀਵ ਚੜ੍ਹਾਈ ਕਰ ਜਾਂਦਾ ਸੀ, ਇੱਕ ਤਾਂ ਜਦੋਂ ਕੋਈ ਗਿਆ ਹੈ ਉਦੋਂ ਹੀ ਇੰਨੇ ਕਰਮ ਕਾਂਡ ਸਨ, ਇੰਨੇ ਤਰ੍ਹਾਂ ਦੀਆਂ ਪੂਜਾਵਾਂ ਪੁਰਾਣੇ ਸਮੇਂ ਦੇ ਵਿੱਚ ਬਣੀਆਂ ਹੋਈਆਂ ਸੀਗੀਆਂ ਕਿ ਬੰਦੇ ਦੇ ਹੱਥ ਖੜ੍ਹੇ ਹੋ ਜਾਂਦੇ ਸਨ ਉਦੋਂ ਹੀ। ਹੁਣ ਆਹ ਜੱਗ ਕਰਨਾ ਹੈ, ਹੁਣ ਇਸ ਤਰ੍ਹਾਂ ਦੀ ਪੂਜਾ ਕਰਨੀ ਹੈ। ਇੱਕ ਤਾਂ ਬੰਦਾ ਜਦੋਂ ਚੜ੍ਹਾਈ ਕਰ ਜਾਂਦਾ ਸੀ ਲੋਕ ਪਹਿਲਾਂ ਹੀ ਦੁਖੀ ਹੋ ਜਾਂਦੇ ਸਨ। ਇੱਕ ਤਾਂ ਬੰਦਾ ਦੁਖੀ ਹੈ ਕਿ ਸਾਡਾ ਜੀ ਚੜ੍ਹਾਈ ਕਰ ਗਿਆ ਹੈ, ਅਤੇ ਦੂਜਾ ਧਾਰਮਿਕ ਤੌਰ 'ਤੇ ਇਤਨਾ ਦਬਾਅ ਬਣਾ ਦਿੱਤਾ ਜਾਂਦਾ ਸੀ, ਇੰਝ ਕਰੋ ਇੰਝ ਕਰੋ ਇੰਝ ਕਰੋ। ਆ ਪਿੱਛੇ ਜੇ ਦਾਸ ਇੱਕ ਵਚਨ ਸਾਂਝਾ ਕਰ ਰਿਹਾ ਸੀ, ਅੱਜ ਜਦੋਂ ਫੁੱਲ ਲੈ ਕਰਕੇ ਜਾਂਦੇ ਹੋ ਨਾ ਹਰਿਦੁਆਰ ਜਾਂ ਕਈਆਂ ਥਾਵਾਂ 'ਤੇ, ਉੱਥੇ ਅਜੇ ਗੱਡੀ ਤੋਂ ਉਤਰੇ ਨਹੀਂ ਅਤੇ ਭੂੰਡਾਂ ਦੇ ਵਾਂਗ ਉਹ ਇਕੱਠੇ ਹੋ ਜਾਂਦੇ ਹਨ। ਕੋਈ ਆਂਦਾ ਸਾਡੇ ਤੋਂ ਕਰਾਓ, ਕੋਈ ਕਹਿੰਦਾ ਇੰਨੇ ਦੀ ਪੂਜਾ ਕਰਾਓ, ਕੋਈ ਕਹਿੰਦਾ ਇੰਨੇ ਦੀ ਪੂਜਾ ਕਰਾਓ, ਅਤੇ ਕੋਈ ਫਿਰ ਵੱਖਰੇ ਵੱਖਰੇ ਤਰ੍ਹਾਂ ਦੀਆਂ ਪੂਜਾ। ਅਤੇ ਕਈਆਂ ਦੇ ਕੋਲ ਜਾਣਾ ਪੈਂਦਾ ਹੈ, ਕਈਆਂ ਦੇ ਕੋਲ ਫਿਰ ਇਹ ਵੀ ਦੱਸਣਾ ਪੈਂਦਾ ਹੈ ਕਿ ਡੈਥ ਕਿੱਥੇ ਹੋਈ, ਕਿਸ ਤਰ੍ਹਾਂ ਹੋਈ, ਧਰਤੀ 'ਤੇ ਹੋਈ ਹੈ, ਮੰਜੇ 'ਤੇ ਹੋਈ ਹੈ ਕਿ ਕਿੱਥੇ ਹੋਈ ਹੈ। ਜੇ ਮੰਜੇ 'ਤੇ ਹੋਈ ਹੈ ਉਹਦੀ ਪੂਜਾ ਵੱਖਰੀ ਹੈ, ਜੇ ਧਰਤੀ 'ਤੇ ਹੋਈ ਹੈ ਉਹਦੀ ਪੂਜਾ ਵੱਖਰੀ ਹੈ, ਉਹਦੀ ਭੇਟਾ ਵੱਖਰੀ ਹੈ, ਉਹਦੀ ਵੱਖਰੀ ਹੈ। ਕਿਸੇ ਦੀ ਕਿੰਨੀ ਵਾਰ ਹੈ, ਕਿਸੇ ਦੀ ਕਿੰਨੀ ਵਾਰ ਹੈ। ਹੁਣ ਬੰਦਾ ਜਿਹੜਾ ਆਮ ਗਰੀਬ ਹੈ, ਉਹ ਤਾਂ ਇੱਕ ਤਾਂ ਘਰ ਦੇ ਵਿੱਚੋਂ ਜੀ ਚੜਿਆ ਗਿਆ ਤਾਂ ਦੁਖੀ ਹੋ ਗਿਆ, ਦੂਜਾ ਇੰਨੇ ਤਰ੍ਹਾਂ ਦੀਆਂ ਪੂਜਾ ਬਣਾ ਦਿੱਤੀਆਂ ਗਈਆਂ, ਦਾਸ ਸਿੱਧਾ ਕਵੇ ਕਿ ਥੋਪ ਦਿੱਤੀਆਂ ਗਈਆਂ, ਇੰਨੇ ਦੀ ਕਰਵਾਓ, ਹੁਣ ਇੰਨੇ ਦੀ ਕਰਵਾਓ, ਇੰਨੇ ਦੀ ਕਰਵਾਓ। ਔਰ ਲੋਕ ਦੁਖੀ ਸਨ ਬੇਅੰਤ ਤਰ੍ਹਾਂ ਦੇ ਨਾਲ। ਫਿਰ ਇਹ ਤਾਂ ਚਲੋ ਜਦੋਂ ਬੰਦਾ ਚੜ੍ਹਾਈ ਕੀਤਾ ਗਿਆ, ਇਹ ਤਾਂ ਉਦੋਂ ਦੀ ਗੱਲ ਹੈ। ਇੱਥੇ ਗੱਲ ਮੁੱਕਦੀ ਨਹੀਂ ਸੀਗੀ, ਪਿਤਾ ਤੱਕ, ਦਾਦੇ ਤੱਕ ਅਤੇ ਪੜਦਾਦੇ ਤੱਕ ਉਹ ਪਿੱਛਾ ਨਹੀਂ ਸੀ ਛੱਡਦੇ। ਧਾਰਮਿਕ ਪੁਰਸ਼ ਉਹ ਆਣ ਕੇ ਬੈਠ ਜਾਂਦੇ ਸਨ ਖਾਸ ਦਿਨਾਂ ਦੇ ਵਿੱਚ, ਆਖਦੇ ਸਨ ਕਿ ਭਾਈ ਤੁਹਾਡਾ ਜਿਹੜਾ ਪੜਦਾਦਾ ਗਿਆ ਹੈ ਨਾ ਬਾਬਾ ਚਿਰ ਪਹਿਲਾਂ, ਉਹਦੀ ਅਜੇ ਬੰਦ ਖਲਾਸੀ ਨਹੀਂ ਹੋਈ, ਇੰਨੇ ਬਸਤਰ ਦਿਓ, ਇੰਨਾ ਖਾਣਾ ਤਿਆਰ ਕਰੋ, ਇੰਨੀ ਭੇਟਾ ਦਿਓ, ਤਾਂ ਉਹਦੀ ਬੰਦ ਖਲਾਸੀ ਹੋਏਗੀ। ਅਤੇ ਕਰਾਉਣੇ ਪੈਂਦੇ ਸਨ। 4 ਤਰ੍ਹਾਂ ਦੇ ਜਿਹੜੇ ਸ਼ਰਾਧ ਉਹ ਸਾਨੂੰ ਇਤਿਹਾਸ ਦੇ ਵਿੱਚੋਂ ਮਿਲਦੇ ਹਨ, ਜਿਹੜੇ ਲੋਕ ਪੁਰਾਣੇ ਸਮੇਂ ਦੇ ਵਿੱਚ ਕਰਾਉਂਦੇ ਸਨ। 4 ਤਰ੍ਹਾਂ ਦੇ ਸ਼ਰਾਧ ਦਾਸ ਨੇ ਲਿਖਿਆ ਹੈ। ਇੱਕ ਤਾਂ ਨਿੱਤੇ ਸ਼ਰਾਧ, ਕੁਝ ਲੋਕ ਪਿੱਤਰਾਂ ਨੂੰ ਨਿੱਤ ਪੂਜਦੇ ਹਨ, ਜਿਸ ਤਰ੍ਹਾਂ ਪਾਣੀ ਦੇਣਾ। ਜਦੋਂ ਗੁਰੂ ਨਾਨਕ ਦੇਵ ਜੀ ਹਰਿਦੁਆਰ ਗਏ ਨਾ, ਉੱਥੇ ਵੀ ਉਹ ਪਿੱਤਰਾਂ ਨੂੰ ਪਾਣੀ ਸੁੱਟ ਰਹੇ ਸਨ, ਝੁਰਟ ਰਹੇ ਸਨ। ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਸੀ, ਭਾਈ ਕੀ ਕਰ ਰਹੇ ਹੋ? ਕਹਿਣ ਲੱਗੇ ਸੀ ਆਪਣੇ ਵਡੇਰਿਆਂ ਨੂੰ, ਪਿੱਤਰਾਂ ਨੂੰ ਪਾਣੀ ਦੇ ਰਹੇ ਹਾਂ। ਸਤਿਗੁਰੂ ਜੀ ਵੀ ਆਪ ਵੀ ਲੱਗ ਪਏ ਸਨ ਦੂਜੇ ਪਾਸੇ ਨੂੰ ਮੂੰਹ ਕਰਕੇ, ਕਿਉਂਕਿ ਸਤਿਗੁਰਾਂ ਨੇ ਉਹਨਾਂ ਦਾ ਧਿਆਨ ਖਿੱਚਣਾ ਸੀਗਾ। ਉਹ ਸਾਰੇ ਇਕੱਠੇ ਹੋ ਕੇ ਆ ਗਏ, ਪਾਤਸ਼ਾਹ ਜੀ ਤੁਸੀਂ ਕੀ ਕਰ ਰਹੇ ਹੋ? ਹੁਣੇ ਤਾਂ ਸਾਨੂੰ ਰੋਕ ਰਹੇ ਸੀਗੇ। ਸਤਿਗੁਰਾਂ ਨੇ ਬਚਨ ਕੀਤਾ, ਅਸੀਂ ਆਪਣੀ ਖੇਤੀ ਨੂੰ ਪਾਣੀ ਦੇ ਰਹੇ ਹਾਂ, ਕਰਤਾਰਪੁਰ ਸਾਹਿਬ ਅਸੀਂ ਫਸਲ ਬੀਜ ਕੇ ਆਏ ਹਾਂ। ਕਹਿਣ ਲੱਗੇ, ਹੇ ਗੁਰੂ ਨਾਨਕ ਦੇਵ ਜੀ, ਪਾਣੀ ਤਾਂ ਤੁਹਾਡਾ ਇੱਥੇ ਹੀ ਡਿੱਗੀ ਜਾ ਰਿਹਾ 2 ਕਰਮਾਂ 'ਤੇ, ਕੁਝ ਫੁੱਟਾਂ 'ਤੇ, ਉੱਥੇ ਪਾਣੀ ਨਹੀਂ ਪਹੁੰਚਣਾ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ ਕਮਾਲ ਦੀ ਗੱਲ ਹੈ, ਮੇਰਾ ਕੁਝ ਦਿਨ ਪਹਿਲਾਂ ਮੈਂ ਫਸਲ ਬੀਜ ਕੇ ਆਇਆ ਹਾਂ ਅਤੇ ਕੁਝ ਹੀ ਉਹ ਮੀਲਾਂ ਦੀ ਦੂਰੀ 'ਤੇ ਹੈ। ਜੇ ਮੇਰਾ ਪਾਣੀ ਫਸਲਾਂ ਤੱਕ ਨਹੀਂ ਪਹੁੰਚਣਾ ਅਤੇ ਮੈਨੂੰ ਇਹ ਗੱਲ ਦੱਸੋ, ਤੁਹਾਡੇ ਪਿੱਤਰ ਜਿਹੜੇ ਹਨ ਉਹਨਾਂ ਨੂੰ ਤਾਂ ਕਈ ਸਾਲ ਹੋ ਗਏ ਮਰਿਆਂ ਨੂੰ, ਕਿਸੇ ਨੂੰ 50 ਸਾਲ ਹੋ ਗਏ, ਕਿਸੇ ਨੂੰ 40 ਸਾਲ ਨਾਲ ਆਪਾਂ ਦੇਖਦੇ ਹਾਂ। ਕਈ ਵਾਰੀ ਆਪਣੇ ਪੜਦਾਦੇ ਨੂੰ ਸੰਸਾਰ ਤੋਂ ਗਿਆ ਕਿੰਨਾ ਸਮਾਂ ਹੋ ਗਿਆ ਹੈ, ਦਾਦੇ ਨੂੰ ਕਿੰਨਾ ਸਮਾਂ ਹੋ ਗਿਆ ਹੈ। ਅਤੇ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਸੀਗਾ, ਇੱਕ ਤੁਹਾਡੇ ਪਿੱਤਰ ਇਤਨਾ ਸਮਾਂ ਹੋ ਗਿਆ ਹੈ ਅਤੇ ਮੇਰਾ ਪਾਣੀ ਕੁਝ ਦਿਨ ਫਸਲ ਪਹਿਲਾਂ ਬੀਜੀ ਹੈ, ਕੁਝ ਮੀਲਾਂ 'ਤੇ ਉੱਥੇ ਨਹੀਂ ਪਾਣੀ ਪਹੁੰਚ ਰਿਹਾ, ਅਤੇ ਤੁਹਾਡੇ ਪਿੱਤਰ ਜਿੱਥੇ ਹਨ ਉੱਥੋਂ ਤੱਕ ਕਿਵੇਂ ਪਾਣੀ ਪਹੁੰਚੇਗਾ? ਤੁਹਾਡੇ ਪਿੱਤਰ ਕਿਵੇਂ ਖੁਸ਼ ਹੋ ਜਾਣਗੇ? ਇਹ ਭਾਈ ਪਖੰਡ ਹੈ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਸੁਚੇਤ ਕੀਤਾ। ਇੱਕ ਤਾਂ ਇਹ ਪਾਣੀ ਝਲਟਣਾ, ਪਾਣੀ ਸੁੱਟਣਾ, ਅਤੇ ਕਈ ਤਰ੍ਹਾਂ ਦੇ ਖਾਣੇ ਬਣਾ ਕੇ ਲੈ ਕਰਕੇ ਜਾਣਾ। ਅਤੇ ਦੂਸਰਾ ਬਚਨ ਕਹਿਣ ਲੱਗੇ, ਇੱਕ ਤਾਂ ਨਿੱਤ ਦੀ ਪੂਜਾ, ਅੱਜ ਵੀ ਕਈ ਪਾਣੀ ਦਿੰਦੇ ਹਨ ਸੂਰਜ ਨੂੰ, ਜਾਂ ਹੋਰ ਕਈਆਂ ਥਾਵਾਂ 'ਤੇ ਨਿੱਤ ਦੀ ਪੂਜਾ ਹੁੰਦੀ ਹੈ, ਨਿੱਤ ਹੀ ਪੂਜਾ ਕਰਦੇ ਨੇ ਪਿੱਤਰਾਂ ਨੂੰ ਯਾਦ ਕਰਕੇ। ਇੱਕ ਤਾਂ ਨਿੱਤੈ ਸ਼ਰਾਧ, ਇੱਕ ਇਹ ਨਿੱਤੈ ਸ਼ਰਾਧ ਜਿਹੜਾ ਨਿੱਤ ਹੀ ਕੁਛ ਨਾ ਕੁਛ ਕੰਮ ਕਰਨਾ, ਭਾਵੇਂ ਕਿਸੇ ਧਾਰਮਿਕ ਸਥਾਨ 'ਤੇ ਲੈ ਕਰਕੇ ਜਾਣਾ। ਇੱਕ ਹੈ ਪਾਰਵਨ ਸ਼ਰਾਧ, ਜਿਹੜਾ ਖਾਸ ਪਰਬ 'ਤੇ ਕੀਤਾ ਜਾਂਦਾ ਹੈ, ਖਾਸ ਦਿਹਾੜਿਆਂ 'ਤੇ ਕੀਤਾ ਜਾਂਦਾ ਹੈ। ਅਮਾਵਸ ਦੀ ਰੁੱਤ ਦੇ ਵਿੱਚ
ਜਾਂ ਇੰਜ ਕਹਿ ਲਓ ਕਿ ਅੱਜ ਜਿਸ ਤਰ੍ਹਾਂ ਦੀਵਾਲੀ ਆ ਗਈ ਜਾਂ ਹੋਰ ਦਿਨ ਆ ਗਏ, ਉਦੋਂ ਵੀ ਕਈ ਵਾਰੀ ਕੁਝ ਬਣਾ ਕੇ ਲੈ ਕਰਕੇ ਜਾਂਦੇ ਹਾਂ ਆਪਾਂ ਧਾਰਮਿਕ ਸਥਾਵਾਂ 'ਤੇ। ਕੋਈ ਮੰਦਰਾਂ 'ਤੇ ਜਾਂਦਾ, ਕੋਈ ਕਿਤੇ ਜਾਂਦਾ, ਕੋਈ ਕਿਤੇ ਜਾਂਦਾ। ਆਪਣੇ ਪਿੱਤਰਾਂ ਨੂੰ ਯਾਦ ਕਰਕੇ ਉਹਨਾਂ ਦਿਨਾਂ ਦੇ ਵਿੱਚ ਕੁਝ ਚੀਜ਼ਾਂ ਬਣਾ ਕੇ ਲੈ ਕਰਕੇ ਜਾਣੀਆਂ, ਪਿੱਤਰਾਂ ਨੂੰ ਖੁਸ਼ ਕਰਨਾ। ਕਈ ਭਾਂਤਾਂ ਦੀਆਂ, ਇੱਕ ਇਹ ਪਿੱਤਰ ਸ਼ਰਾਧ ਅਤੇ ਦੂਜਾ ਕਸ਼ੀਆ ਸ਼ਰਾਧ ਜਿਹੜਾ ਹੈ, ਇਹਦਾ ਭਾਵ ਹੈ ਕਿ ਜਦੋਂ ਬੰਦਾ ਜਿਹੜੇ ਦਿਨ ਘਰ ਦਾ ਜੀ ਚੜ੍ਹਾਈ ਕੀਤਾ ਸੀਗਾ ਉਸੇ ਦਿਨ ਸ਼ਰਾਧ ਕਰਨਾ। ਹਰ ਸਾਲ ਜਿਸ ਦਿਨ ਘਰ ਦੇ ਵਿੱਚੋਂ ਕੋਈ ਜੀ ਗਿਆ ਹੈ ਉਸੇ ਦਿਨ ਸ਼ਰਾਧ ਕਰਨਾ। ਦਾਸ ਕੁਝ ਦਿਨ ਪਹਿਲਾਂ ਇੱਥੇ ਹੀ ਕਿਸੇ ਦੇ ਘਰ ਦੇ ਵਿੱਚ ਸੀਗੇ ਅਤੇ ਉਹਨਾਂ ਦੇ ਬੂਹੇ ਦੇ ਅੱਗੇ ਕੁਝ ਰੋਟੀਆਂ ਪਈਆਂ ਸਨ ਅਤੇ ਇੱਕ ਦੀਵਾ ਵਿੱਚ ਬਲ ਰਿਹਾ ਸੀਗਾ ਦਰਵਾਜ਼ੇ ਦੇ ਵਿੱਚ ਹੀ। ਦਾਸ ਦੇ ਕੇ ਹੈਰਾਨ ਹੋਇਆ ਅਤੇ ਮੈਂ ਪੁੱਛਿਆ ਕਿ ਭਾਈ ਆਹ ਕੀ ਹੈ? ਉਹ ਵੀ ਉਹਨਾਂ ਨੇ ਸ਼ਰਾਧਾਂ ਦੇ ਨਾਲ ਹੀ ਜੋੜਿਆ ਸੀਗਾ ਕਿ ਪਿੱਤਰਾਂ, ਪਤਾ ਨਹੀਂ ਕੀ ਉਹਨਾਂ ਨੇ ਗੱਲ ਇਸ ਤਰ੍ਹਾਂ ਦੀ ਕੀਤੀ ਕਿ ਪਿੱਤਰਾਂ ਦਾ ਹੀ ਮਤਲਬ ਸੀਗਾ ਸਾਰਾ, ਕਿ ਪਿੱਤਰਾਂ ਨੂੰ ਖੁਸ਼ ਕਰਨ ਵਾਸਤੇ ਜਿਹੜੇ ਇਹ ਸ਼ਰਾਧ ਉਹਦਾ ਪਤਾ ਨਹੀਂ ਦਾਦੇ ਦਾ ਕਿ ਉਹਦੇ ਵਾਸਤੇ ਕੀਤਾ ਹੋਇਆ। ਰਹੋ ਵਿਚਾਰ। ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਕਰਮ ਕਾਂਡ। ਹੁਣ ਇੱਕ ਤਾਂ ਉਹ ਜਿਸ ਦਿਨ ਜੀ ਦੀ ਮੌਤ ਹੋਈ ਹੈ, ਕੋਈ ਚੜ੍ਹਾਈ ਦੇ ਵਿੱਚੋਂ ਦਾਦਾ ਪੜਦਾਦਾ ਪਹਿਲਾਂ ਗਿਆ ਹੈ, ਉਸ ਦਿਨ ਖਾਣਾ ਬਣਾਉਣਾ, ਘਰ ਦੇ ਵਿੱਚੋਂ ਧਾਰਮਿਕ ਪੁਰਸ਼ਾਂ ਨੂੰ ਸੱਦਣਾ, ਉਹਨਾਂ ਨੂੰ ਬਿਠਾ ਕਰਕੇ ਕਈ ਭਾਤਾਂ ਦੇ ਪਕਵਾਨ ਤਿਆਰ ਕਰਨੇ ਅਤੇ ਸਮਝਣਾ ਕਿ ਇਹ ਵੀ ਸਾਡੇ ਵਡੇਰਿਆਂ ਤੱਕ ਪਹੁੰਚ ਗਿਆ ਹੈ, ਉਸ ਦਿਨ ਖਵਾਉਣਾ। ਇਹ ਤੀਸਰੇ ਤਰ੍ਹਾਂ ਦਾ ਸ਼ਰਾਧ ਹੈ। ਅਤੇ ਚੌਥਾ ਤਰ੍ਹਾਂ ਦਾ ਮਹਾਲਿਆ ਸ਼ਰਾਧ। ਇਹਦਾ ਅਰਥ ਅੱਸੂ ਦੇ ਮਹੀਨੇ ਦੇ ਜਿਹੜੇ ਕੁਝ ਦਿਨ ਸ਼ਰਾਧ ਕੀਤੇ ਜਾਂਦੇ ਹਨ। ਆਹ ਜਿਹੜੇ ਪਿੱਛੇ ਲੰਘੇ ਹਨ, ਚੱਲੇ ਹਨ, ਅੱਸੂ ਦੇ ਆਰੰਭ ਦੇ ਵਿੱਚ ਜਿਹੜੇ ਸ਼ਰਾਧ ਕੀਤੇ ਜਾਂਦੇ ਹਨ, ਇਹ ਵੀ ਪਿੱਤਰਾਂ ਤੱਕ ਪਹੁੰਚਦੇ ਹਨ। ਇਸ ਤਰ੍ਹਾਂ ਦੀ ਵਿਚਾਰਧਾਰਾ ਕਿ ਇਹ ਸਾਡੇ ਪਿਤਾ ਤੱਕ, ਦਾਦੇ ਤੱਕ, ਪੜਦਾਦੇ ਤੱਕ ਖੁਸ਼ ਹੋ ਜਾਣਗੇ। ਅਤੇ ਦੇਖੋ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ, ਦਾਸ ਇੱਕ ਭਗਤ ਕਬੀਰ ਸਾਹਿਬ ਜੀ ਦਾ, ਇੱਕ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਪੜ੍ਹ ਕੇ, ਗੁਰਮਤਿ ਕੀ ਹੈ? ਇਹ ਤਾਂ ਚਲੋ ਵਿਚਾਰਧਾਰਾ ਚੱਲਦੀਆਂ ਸਨ। ਗੁਰਮਤਿ ਕੀ ਹੈ? ਜਿਸ ਗੁਰੂ ਦੇ ਅੱਗੇ ਤੁਸੀਂ ਸੀਸ ਝੁਕਾਉਂਦੇ ਹੋ ਉਸ ਗੁਰੂ ਦਾ ਹੁਕਮ ਕੀ ਹੈ? ਹੁਣ ਆਪਾਂ ਇਹ ਵਿਚਾਰਦੇ ਹਾਂ। ਗੁਰਬਾਣੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ, ਕਹਿਣ ਲੱਗੇ ਜੀਵਤ ਪਿੱਤਰ ਨਾ ਮਾਨੈ। ਕਮਾਲ ਹੈ। ਜਿਉਂਦਾ ਸੀਗਾ ਨਾ, ਘਰ ਦੇ ਵਿੱਚ ਬੈਠਾ ਹੋਇਆ ਸੀਗਾ, ਜਦੋਂ ਪਾਣੀ ਮੰਗਦਾ ਸੀ, ਜਦੋਂ ਰੋਟੀ ਮੰਗਦਾ ਸੀਗਾ, ਜਦੋਂ ਆਖਦਾ ਸੀ ਮੈਨੂੰ ਦਵਾਈ ਲਿਆ ਕਰਕੇ ਦਿਓ, ਉਦੋਂ ਆਖਦੇ ਸੀ ਬੁੱਢੇ ਦੀ ਜ਼ੁਬਾਨ ਮੂੰਹ 'ਚ ਨਹੀਂ ਪੈਂਦੀ। ਕਦੇ ਕੁਛ ਮੰਗੀ ਜਾ ਰਿਹਾ ਹੈ, ਹੁਣੇ ਹੀ ਇੰਝ ਕੀਤਾ, ਹੁਣ ਆਹ ਮੰਗੀ ਜਾ ਰਿਹਾ, ਹੁਣ ਆਹ ਮੰਗੀ ਜਾ ਰਿਹਾ। ਦੇਖੋ ਸਿਧਾਂਤ ਗੁਰਬਾਣੀ ਦਾ ਕੀ ਹੈ। ਬਚਨ ਕੌੜੇ ਜ਼ਰੂਰ ਲੱਗਣਗੇ। ਮੈਂ ਪਿਛਲੇ ਦਿਨਾਂ 'ਚ ਭਾਈ ਸਾਹਿਬ ਮੇਰੇ ਸਾਥ ਬੈਠੇ ਹੋਏ ਹਨ, ਕਹਿਣ ਲੱਗੇ ਭਾਈ ਸਾਹਿਬ ਜੀ ਸ਼ਰਾਧ ਦੀ ਗੱਲ ਨਹੀਂ ਕੀਤੀ। ਮੈਂ ਬਚਨ ਕੀਤਾ, ਮੈਂ ਹਾਂ ਕੁਝ ਕੁ ਨੂੰ ਤਾਂ ਚੰਗੀ ਲੱਗਣੀ ਹੈ ਅਤੇ ਕਈਆਂ ਨੂੰ ਕੌੜੀ ਬੜੀ ਲੱਗਣੀ ਹੈ, ਕਿਉਂਕਿ ਗੁਰਮਤਿ ਦੀ ਵਿਚਾਰਧਾਰਾ ਹੈ ਨਾ, ਹਰੇਕ ਜਿਹੜਾ ਤਾਂ ਗੁਰਮਰਿਆਦਾ ਅਨੁਸਾਰ ਚੱਲਦਾ ਉਹਨੇ ਆਖਣਾ ਚੰਗਾ ਹੈ, ਅਤੇ ਜਿਹੜਾ ਗੁਰਮਤਿ ਮਰਿਆਦਾ ਤੋਂ ਉਲਟ ਚੱਲਦਾ ਹੈ ਉਹਨੂੰ ਬਚਨ ਗੁਰਬਾਣੀ ਦਾ ਚੰਗਾ ਨਹੀਂ ਲੱਗਣਾ ਅਤੇ ਦੁਆਲੇ ਮੇਰੇ ਹੋ ਜਾਣਾ ਕਿ ਭਾਈ ਸਾਹਿਬ ਨੇ ਕਥਾ ਦੇਖੋ ਕਿਸ ਤਰ੍ਹਾਂ ਦੀ ਕੀਤੀ ਹੈ। ਹੁਣ ਦੇਖੋ ਬਚਨ ਹੈ ਇੱਕ ਸੱਚ, ਸਤਿਗੁਰਾਂ ਦਾ ਬਚਨ ਹੈ ਭਗਤ ਕਬੀਰ ਸਾਹਿਬ ਜੀ ਦਾ। ਕਹਿਣ ਲੱਗੇ ਕਮਾਲ ਦੀ ਗੱਲ ਹੈ, ਜਦੋਂ ਬਜ਼ੁਰਗ ਜਿਉਂਦੇ ਸਨ ਉਦੋਂ ਪਾਣੀ ਦੇਣ ਤੋਂ ਹੀ ਕਿਨਾਰਾ ਕੀਤਾ। ਅੱਜ 50-50 ਸਾਲ ਹੋ ਗਏ ਉਹਨਾਂ ਨੂੰ ਮਰਿਆਂ ਨੂੰ, ਅਤੇ ਅੱਜ ਮੰਦਿਰਾਂ ਦੇ ਵਿੱਚ ਢੇਰ ਲਾ ਦਿੱਤੇ, ਡੱਬੇ ਭਰ ਕੇ ਲੈ ਕੇ ਜਾ ਰਹੇ ਹਨ। ਆਹ ਸਾਡੇ ਦਾਦੇ ਦਾ ਸ਼ਰਾਧ ਹੈ, ਆਹ ਸਾਡੇ ਪੜਦਾਦੇ ਦਾ ਹੈ। ਘਰਾਂ ਦੇ ਵਿੱਚ ਸੱਦ ਕੇ ਉਹਨਾਂ ਦੇ ਨਾਂ 'ਤੇ ਸ਼ਰਾਧ ਖਵਾ ਰਹੇ ਹਨ। ਕਈ ਤਰ੍ਹਾਂ ਦੇ ਖਾਣੇ ਤਿਆਰ ਕਰਵਾ ਰਹੇ ਹਨ। ਅਸੀਂ ਕਈ ਵਾਰੀ ਚੰਡੀਗੜ੍ਹ ਜਦੋਂ ਡੱਬੇ ਖੋਲ੍ਹਦੇ ਹੁੰਦੇ ਸੀ ਨਾ ਘਰਾਂ ਦੇ ਵਿੱਚੋਂ ਜਿਹੜੇ ਆਉਂਦੇ ਸਨ, ਉਹਨਾਂ ਦੇ ਵਿੱਚੋਂ ਬੜਾ ਕੁਛ ਨਿਕਲਣਾ, ਸਲਾਦ ਕਈ ਕੁਛ, ਅਤੇ ਅਸੀਂ ਉਹ ਗੁਰਬਾਣੀ ਦਾ ਬਚਨ ਯਾਦ ਕਰਕੇ ਆਖਣਾ ਕਿ ਜਿਉਂਦਿਆਂ ਹੋਇਆ ਪਤਾ ਨਹੀਂ ਕੁਛ ਚੀਰ ਕੇ ਦਿੱਤਾ ਸੀਗਾ ਕਿ ਨਹੀਂ ਦਿੱਤਾ, ਪਤਾ ਨਹੀਂ ਕੁਛ ਲਿਆ ਕੇ ਦਿੱਤਾ ਸੀਗਾ। ਜਦੋਂ ਬਾਪੂ ਮੰਗ ਰਿਹਾ ਸੀਗਾ ਉਦੋਂ ਪਤਾ ਨਹੀਂ ਕੁਛ ਦਿੱਤਾ ਹੈ ਕਿ ਨਹੀਂ ਦਿੱਤਾ। ਅਤੇ ਹੁਣ ਦੇਖੋ ਕਿੰਨੇ ਪਖੰਡ ਹੋ ਰਹੇ ਹਨ, ਹੁਣ ਕਿੰਨਾ ਕੁਛ ਹੋ ਰਿਹਾ ਹੈ। ਭਗਤ ਕਬੀਰ ਸਾਹਿਬ ਜੀ ਦਾ ਬਚਨ ਕਹਿਣ ਲੱਗੇ ਭਲਿਓ ਜੇ ਪਿੱਤਰਾਂ ਨੂੰ ਖੁਸ਼ ਕਰਨਾ ਹੈ ਅਤੇ ਜਦੋਂ ਉਹ ਜਿਉਂਦੇ ਹਨ ਉਦੋਂ ਸ਼ਰਾਧ ਕਰੋ, ਉਦੋਂ ਉਹਨਾਂ ਨੂੰ ਦਿਓ, ਤਾਜ਼ਾ ਖਾਣਾ ਬਣਾ ਕਰਕੇ ਦਿਓ। ਜਦੋਂ ਉਹਨਾਂ ਤੱਕ ਪਹੁੰਚਣਾ ਹੈ, ਜਦੋਂ ਉਹਨਾਂ ਦਾ ਸਰੀਰ ਹੀ ਸੜ ਗਿਆ, ਜੇ ਦਬਾ ਦਿੱਤਾ ਅਤੇ ਉਹਨਾਂ ਨੂੰ ਜੀਵ ਜੰਤੂਆਂ ਨੇ ਖਾ ਲਿਆ, ਨਾ ਦੰਦ ਬਚੇ ਨਾ ਮੂੰਹ ਬਚਿਆ, ਸਾਰਾ ਕੁਝ ਸੜ ਗਿਆ। ਹੁਣ ਇਹ ਖਾਣੇ ਕਿੱਥੇ ਕੰਮ ਆਉਣਗੇ, ਕਿੱਥੇ ਪਹੁੰਚਣਗੇ? ਤੁਸੀਂ ਕਿਤੇ ਧਿਆਨ ਸਹਿਤ ਦੇਖਿਓ, ਆਹ ਮੰਦਿਰਾਂ ਦੇ ਦੁਆਲੇ ਨਾ ਜਿਸ ਤਰ੍ਹਾਂ ਰੂੜੀਆਂ ਦੇ ਢੇਰ ਲੱਗੇ ਹੁੰਦੇ ਹਨ,
श्राद्धां दे दिनां दे विच इस तरह जिहड़े खाने तुसीं बना बना के लै करके जांदे हो ना, इस तरह के ढेर लग जाते हैं। हुण भगत कबीर साहब जी का बचन कहन लगे, जीवत पितर ना माने को मुए श्राद्ध कराही, पितर भी बपरे कहो क्या कहिए कौआ कूकर खाही। कहन लगे ना तो पितरां तक पहुँचता है ते ना ही वो धार्मिक पुरुषों के कोलों जिहड़े मंदिर दे विच जां साडे वर्गे गुरु घरां च भी बैठे हुए हैं उन्हां तो भी नहीं खाधे जाते, किन्ना को खा लेगा। आखिरकार वो कुत्तियां दे अगे पशुओं के अगे सुट्टे जाते हैं, वो बंदियां दे काम ही नहीं आउंदे, किते नहीं पहुँचते। ते गुरबाणी दे विच देखो, ये तो भगत कबीर साहब जी का बचन सीगा। ते सह पातशाह धन गुरु नानक देव जी ने भी गुरबाणी दे विच एक वचन किया है। कहन लगे, जे मुहाका घर मोह है, घर मोह पितरी दे, अगे वस्त सजानी है पितरी चोर करे, वड्डिए हथ दलाल के मुसफी ए करे, नानक अगे सो मिले जे खट्टे घाले दे। कहन लगे कि देखो, अज बंदा कई तरह के छल कपट करके धन दौलत लुट के कई तरीक़ों के गलत को कर्म करके पैसा लै करके आउंदा है, फिर उहदे नाल जग करदा है। जग हो सकता है दादा परदादा बड़ा ईमानदारी नाल रहा होवे, पर इन्हें सोचा कि पैसा ये पदार्थ जिहड़ा है ना, ये सारा कुछ अगे जा रहा है। ते जे चोरी दे नाल धन लिया करके उहदा श्राद्ध किया गया है, बेअंत तरह के लोगों को सद के कई तरह के पकवान बनाए गए, ये बापू तक पहुँच रहे हैं। कहन लगे, जे उत्थे तक पहुँचे तो जे भाई छल कपट किया है तो परमेश्वर के घर दे जे उत्थे तक पहुँचे ना, तो यदा मतलब कि बापू नूं चोर बना दिता। जे मुहाका घर मोहे, घर मोहे पितरी दे, अगे वस्त सजानी है पितरी चोर करे। कहन लगे, छल करदा है, डाका करदा है, पर अगे वस्तु सजानी जानी है, पछाणी जानी है, ये भाई तेरी हक दी नहीं है, किरत दी नहीं है। तो जिहड़ा बंदा पहुँचाउण वाला है ना, जिहड़ा आखदा सानू दो, ये तुहाडे पितरां तक पहुँचेगा, कहन लगे वो भी विच ही बजेगा। जिहड़े आखदे ना कि सानू दो तुहाडे पितरां तक पहुँचेगा, कहन लगे वो भी काबू आ जाणगे। वड्डिए हथ दलाल के मुसफी ये करे, उन्होंने आखना है ये जिहड़ा दलाल है ना, जिहड़ा विच पहुँचा रहा है, जिहड़ा आखदा कि भाई मैनू श्राद्ध खवाओ, तुहाडे बजुर्गां तक पहुँचणगे, इहदे हथ वड्डे जाणगे, वड्डे जाने चाहिए हैं। ते नानक अगे सो मिले जे खट्टे घालै दे। पातशाह जी ने फिर गल मुकाई, कहन लगे कि नहीं भाई, इस तरह कोई किते कुछ नहीं पहुँचता। असल दे विच बंदे कोल उही कुछ नाल जांदा जिहड़ा उहने जिउंदियां जिउंदियां कीता होवे। बंदे ने जिउंदियां सेवा की है, सिमरन किया है, दान पुण्य किया है, किसी के काम आया है, किसी का भला किया है, किसी के परोपकार किया ना, वो ये काम आता है, होर कुछ नहीं काम आता। ना तो किसी का भेजा किते कुछ पहुँचता है, ना ही कोई लिजा सकता है। ये तो आप जिन्ना चिर संसार दे विच हाँ ना, इन्ना को चिर जिन्ने को काम कर लवांगे, जिहो जिहा जीवन निभा लवांगे, जिन्ना को भला कर लवांगे, यही नाल जाना है। कोई किसी का कोई किते पहुँचा नहीं सकता, ये भरम है। इस करके बेनती है, गुरमत का सिद्धांत ये है कि जे बजुर्गों की सेवा करनी है, जे पितरां नूं मनाउणा है ना, पितरां नूं खुश करना है, हुण खुश करो। हुण जदों वो जिउंदे हन, जदों उन्हां दियां आंदरां दे विचों असीस निकलदी है, जदों जिउंदे बैठे हन ना, जदों उन्हां दे आंदरां चों असीस निकलनी है, उदों कोई भला करना है, कुछ खवाउणा है तो हुण खवा लो। जदों मर गए फिर कोई फायदा नहीं होना। जदों चले गए, जिउंदे तो बद असीसां देंदे रहे, जिउंदे तो बद असीसां देंदे रहे, तो जदों चले गए तो हुण उन्हां नूं खुश कर रहे हैं। ये जिहड़ा श्राद्ध है ना, इस तरह के श्राद्ध परमात्मा नूं मंजूर नहीं है, ना वो किते पहुँचता है। जे पितरां नूं खुश करना है तो हुण करो, जिहड़ा पितर कोल बैठा है, जिहड़ा बजुर्ग कोल बैठा है, उसकी सेवा करो। ये श्राद्ध है असल दे विच। रहो विचार होइयां बेअंत तरह दीयां भुल्लां दी खिमा। आओ 1-2 मिनट वास्ते गुरमत कुछ समा आपां सिमरन दी रोज़ हाज़री भरदे हां, भावना सहित उच्चारण करो जी। वाहिगुरू 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 वाहिगुरू
ਵਾਹਿਗੁਰੂ 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 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।